ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ABP ਸਾਂਝਾ। ਮੈਂ ਅਸੀਮ ਬੱਸੀ। ਕੰਟਰੋਵਰਸ਼ੀਅਲ ਡੇਰਾ ਚੀਫ ਗੁਰਮੀਤ ਰਾਮ ਰਹੀਮ ਹਮੇਸ਼ਾ ਖਬਰਾਂ 'ਚ ਰਹਿੰਦੇ ਨੇ ਔਰ ਅੱਜ ਫਿਰ ਉਹ ਮੁੜ ਖਬਰਾਂ ਦੇ ਵਿੱਚ ਨੇ ਔਰ ਕਹਾਣੀ ਹੈ ਇੱਕ ਸਤਸੰਗ ਦੀ। ਪੈਰੋਲ ਤੇ ਚੱਲ ਰਹੇ ਨੇ ਲੇਕਿਨ ਪੋਲੀਟੀਕਲ ਕਲਰ ਅੱਜ ਨਜ਼ਰ ਆਇਆ। ਕੀ ਇਹ ਪੂਰੀ ਖਬਰ ਇਸ 'ਤੇ ਚਰਚਾ ਕਰਾਂਗੇ ਮੇਰੇ ਸਹਿਯੋਗੀ ਔਰ ABP ਸਾਂਝਾ ਦੇ ਐਡੀਟਰ ਮਿਸਟਰ ਜਗਵਿੰਦਰ ਪਟਿਆਲ ਨਾਲ। ਸਰ, ਪੈਰੋਲ ਤੇ ਬਾਰ-ਬਾਰ ਆਉਂਦੇ ਨੇ ਬਾਹਰ, ਲੇਕਿਨ ਅੱਜ ਇੱਕ ਵੀਡੀਓ ਸਾਹਮਣੇ ਆਉਂਦਾ ਹੈ। ਇਲੈਕਸ਼ਨ ਦਾ ਮਾਹੌਲ ਹੈ ਹਰਿਆਣਾ ਦੇ ਵਿੱਚ। ਇਹ ਪੈਰੋਲ ਇੱਕ ਜੈਨੂਅਨ ਪੈਰੋਲ ਲੱਗ ਰਿਹਾ ਹੈ ਕਿ ਇੱਕ ਪੋਲੀਟੀਕਲ ਕਲਰ ਦੇ ਵਿੱਚ ਆ ਗਿਆ ਹੈ? ਦੋ ਤਰੀਕੇ ਨਾਲ ਸਾਨੂੰ ਸਮਝਣਾ ਹੋਏਗਾ ਸੀਮ। ਪਹਿਲੀ ਗੱਲ ਇਹ ਕਿ ਲੋਕਲ ਬਾਡੀ ਔਰ ਪੰਚਾਇਤ ਦੀਆਂ ਚੋਣਾਂ ਹੋਣ ਵਾਲੀਆਂ ਹੈ 12 ਨਵੰਬਰ ਔਰ 19 ਨਵੰਬਰ ਨੂੰ ਹਰਿਆਣਾ 'ਚ। ਪਹਿਲੀ ਗੱਲ ਇਹ ਸਮਝਣੀ ਹੋਏਗੀ। ਔਰ ਤੀਜਾ ਜਿਹੜਾ ਹੈ ਉਹ ਆਦਮਪੁਰ ਦਾ ਜਿਮਨੀ ਚੋਣ ਹੈ, ਉਹ ਵਿਧਾਨ ਸਭਾ ਦਾ ਹੈ। ਤਿੰਨ ਚੀਜ਼ਾਂ ਇਹ ਆ ਗਈਆਂ। ਚੌਥੀ ਚੀਜ਼ ਹੈ ਹੁਣ ਕਿ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ, 1 ਸਾਲ 'ਚ ਤੀਜੀ ਵਾਰੀ ਪੈਰੋਲ ਦਿੱਤੀ ਗਈ। ਪੈਰੋਲ ਦੇਣ ਤੋਂ ਬਾਅਦ ਐਸਾ ਕਿਹੜਾ ਪੈਰੋਲ ਹੁੰਦਾ ਹੈ ਜਿਹਦੇ 'ਚ 2 ਵਾਰ ਦਾ ਬਲਾਤਕਾਰੀ, 2 ਵਾਰ ਦਾ ਕਾਤਲ, ਯਾਨੀ 2 ਬੰਦਿਆਂ ਦੇ ਮਰਡਰ 'ਚ ਸਜ਼ਾ ਹੋਇਆ, 2 ਬਲਾਤਕਾਰ 'ਚ ਸਜ਼ਾ ਹੋਇਆ ਆਦਮੀ ਪ੍ਰਵਚਨ ਦੇਈ ਜਾ ਰਿਹਾ। ਆਖਿਰਕਾਰ ਉਹਨੂੰ ਪ੍ਰਵਚਨ ਦੇਣ ਲਈ, ਉਹਨੂੰ ਸਵੱਛਤਾ ਅਭਿਆਨ ਨੂੰ ਅੱਗੇ ਵਧਾਉਣ ਲਈ ਇਸ ਤਰ੍ਹਾਂ ਦੇ, ਮੈਂ ਇਹ ਕਹੂੰਗਾ ਕਿ ਕ੍ਰਿਮੀਨਲ ਆਦਮੀ ਹੈ ਉਹ। ਅਦਾਲਤ ਨੇ ਉਹਨੂੰ ਦੋਸ਼ੀ ਕਰਾਰ ਦਿੱਤਾ ਹੈ ਔਰ ਉਹਨੂੰ ਤਾਂ ਉਮਰ ਦੀ ਸਜ਼ਾ ਮਿਲੀ ਹੋਈ ਹੈ। 20 ਸਾਲ ਉਹਨੂੰ ਬਲਾਤਕਾਰ 'ਚ ਸਜ਼ਾ ਮਿਲੀ ਹੋਈ ਹੈ। ਉਹ ਆਦਮੀ ਆ ਕੇ ਪ੍ਰਵਚਨ ਦਿੰਦਾ ਹੈ, ਸਵੱਛਤਾ ਦੀਆਂ ਗੱਲਾਂ ਕਰਦਾ ਹੈ ਔਰ ਪੈਰੋਲ ਦੇ ਦੌਰਾਨ। ਔਰ ਉਹਨੂੰ ਸੁਣਨ ਵਾਲਿਆਂ 'ਚ ਕੌਣ ਸ਼ਾਮਿਲ ਹੈ? ਕਈ BJP ਦੇ ਲੀਡਰ ਵੀ ਬੈਠੇ ਹੋਏ ਆ ਹਰਿਆਣੇ ਦੇ। ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਲੀਡਰਸ ਨੂੰ ਵੋਟਾਂ ਦੇ ਨਾਲ ਨਾਲ ਜਿਹੜਾ ਇਹ ਸੱਤਾ ਦਾ ਸਤਸੰਗ ਕੀਤਾ ਗਿਆ, ਇਸ 'ਚ ਇਹ ਵੀ ਚਿੰਤਾ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਲੋਕਾਂ ਨੇ 15 ਤੋਂ 20 ਸਾਲ ਤੱਕ ਲੜਾਈ ਲੜ ਕੇ ਰਾਮ ਰਹੀਮ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ, ਸਜ਼ਾ ਦਵਾਈ, CBI ਨੇ ਕਰੋੜਾਂ ਰੁਪਈਆ ਇਨਵੈਸਟੀਗੇਸ਼ਨ ਤੇ ਖਰਚਤਾ, 15 ਸਾਲ ਇਨਵੈਸਟੀਗੇਸ਼ਨ ਹੁੰਦੀ ਰਹੀ। 2002 'ਚ ਜਿਹੜਾ ਹੈ ਉਹ ਡੇਰੇ ਦੀਆਂ ਕੁੜੀਆਂ ਨੇ ਕੰਪਲੇਂਟ ਕੀਤੀ, ਪ੍ਰਾਈਮ ਮਿਨਿਸਟਰ ਤੱਕ ਕੰਪਲੇਂਟ ਗਈ, ਹਾਈ ਕੋਰਟ ਨੇ CBI ਨੂੰ ਇਨਕੁਆਇਰੀ ਕਰਨ ਨੂੰ ਕਿਹਾ। CBI ਨੇ 15 ਸਾਲ ਗਵਾਹਾਂ ਦੀ ਹਿੰਮਤ ਬਣਾਉਣਾ, ਸਜ਼ਾ ਦਿਵਾਉਣਾ, ਇੰਨੇ ਇਨਫਲੂਐਂਸ਼ੀਅਲ ਆਦਮੀ ਦੇ ਖਿਲਾਫ ਜਿਹੜਾ ਹੈ ਉਹ ਕੇਸ ਲੜਨਾ। ਅੱਜ ਉਹਨਾਂ ਪਰਿਵਾਰਾਂ ਦੇ ਦਿਲ 'ਤੇ ਕੀ ਗੁਜ਼ਰ ਰਹੀ ਹੋਏਗੀ? ਔਰ ਜਿਹੜਾ ਬੰਦਾ 4-4 ਕੇਸਾਂ 'ਚ ਸਜ਼ਾ ਯਾਫਤਾ ਹੈ, ਉਹਦੇ ਅੱਗੇ ਆਸ਼ੀਰਵਾਦ ਲੈ ਰਹੇ ਹੈ। ਸਾਡੇ ਪੋਲੀਟੀਸ਼ੀਅਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਿਆਸਤ ਕਰੋ, ਚੰਗੀ ਗੱਲ ਹੈ, ਕਰਨੀ ਚਾਹੀਦੀ ਹੈ, ਲੇਕਿਨ ਕਿਸੇ ਦੇ ਸੈਂਟੀਮੈਂਟਸ 'ਤੇ ਔਰ ਕ੍ਰਿਮੀਨਲ ਆਦਮੀ ਜਿਨ੍ਹਾਂ ਨੂੰ ਸਜ਼ੀ ਹੋਈ ਹੈ ਉਹਨਾਂ ਦੇ ਦਮ 'ਤੇ ਪੋਲੀਟਿਕਸ ਨਾ ਕਰੋ। ਇਸ ਤਰ੍ਹਾਂ ਦੇ ਆਦਮੀਆਂ ਦੇ ਦਮ 'ਤੇ ਅਗਰ ਤੁਸੀਂ ਪੋਲੀਟਿਕਸ ਕਰਦੇ ਰਹੋਗੇ ਨਾ, ਤੇ ਇਸ ਤਰ੍ਹਾਂ ਦੇ ਲੋਕ ਹੋਰ ਵਧਣਗੇ। ਅੱਜ ਇਹ ਤੁਸੀਂ ਉਹਨਾਂ ਦੇ ਅੱਗੇ ਹੱਥ ਨਹੀਂ ਜੋੜੇ, ਤੁਸੀਂ ਇਹ ਸਿਸਟਮ ਨੂੰ ਇਹ ਦਿਖਾਇਆ ਹੈ ਕਿ ਸਿਆਸਤ ਲਈ, ਹਿੰਦੁਸਤਾਨ ਦੀ ਸਿਆਸਤ 'ਚ ਇਸ ਤਰ੍ਹਾਂ ਦੇ ਜੋ ਲੋਕ ਸਜ਼ਾ ਯਾਫਤਾ ਹੈ ਉਹ ਕਿੰਨੇ ਇੰਪੋਰਟੈਂਟ ਹੋ ਗਏ ਵੋਟਾਂ ਦੀ ਖਾਤਰ। ਅਗਰ ਇਸ ਤਰ੍ਹਾਂ ਤੁਸੀਂ ਹੱਥ ਜੋੜ ਕੇ ਇਹਨਾਂ ਦੇ ਅੱਗੇ ਖੜੇ ਰਹੋਗੇ ਤੇ ਇਸ ਤਰ੍ਹਾਂ ਦੇ ਲੋਕ ਉਹਨਾਂ ਨਾਰਮਲ ਲੋਕਾਂ ਨੂੰ ਇਹ ਦਿਖਾਣਗੇ ਕਿ ਤੁਸੀਂ ਸਜ਼ਾ ਕਰਾ ਕੇ ਵੀ ਸਾਡਾ ਕੀ ਕਰ ਲਿਆ। ਲੋਕ ਨਿਆਂਪਾਲਿਕਾ ਤੇ ਲੋਕ ਯਕੀਨ ਕਰਦੇ ਹਨ। ਜੇ ਇਸ ਤਰ੍ਹਾਂ ਇਹਨਾਂ ਨੂੰ ਰਿਲੀਫ ਮਿਲਦਾ ਰਹੇਗਾ, ਵੋਟਾਂ ਤੋਂ ਪਹਿਲੇ ਇਹਨਾਂ ਨੂੰ ਪੈਰੋਲ ਮਿਲਦੀ ਰਹੇਗੀ, ਤੇ ਇਸ ਸਾਡੇ ਸਿਸਟਮ ਤੇ ਕੌਣ ਯਕੀਨ ਕਰੇਗਾ? ਕੋਰਟ ਕਚਹਿਰੀਆਂ ਇਹ ਸੋਚਣਗੀਆਂ ਕਿ ਆਖਿਰਕਾਰ ਕਿਆ ਨਾਰਮਲ ਆਦਮੀ ਲਈ ਫੈਸਿਲਿਟੀ ਮਿਲਦੀ ਹੈ। ਤੀਜੀ ਗੱਲ, ਪੈਰੋਲ ਲੈਣਾ ਮੰਨ ਲਿਆ ਕਿ ਕਿਸੇ ਵੀ ਕੈਦੀ ਦਾ ਹੱਕ ਹੈ। ਕਿਆ ਇਸ ਤਰ੍ਹਾਂ ਦੇ ਕੈਦੀ ਨੂੰ ਜਿਹਦੇ ਖਿਲਾਫ 3 ਮੁਕੱਦਮਿਆਂ 'ਚ ਵੱਡਿਆਂ 'ਚ ਸਜ਼ਾ ਦਾ ਐਲਾਨ ਹੋ ਚੁੱਕਿਆ ਹੋਏ ਔਰ ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਇੱਕ ਕੇਸ ਹਲੇ CBI ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਪੈਂਡਿੰਗ ਹੋਵੇ, ਇਸ ਤਰ੍ਹਾਂ ਦੇ ਆਦਮੀ ਨੂੰ ਕਿਆ ਸ਼ਰਤਾਂ ਦੇ ਨਾਲ ਪੈਰੋਲ ਨਹੀਂ ਦੇਣੀ ਚਾਹੀਦੀ? ਇਹ ਤਾਂ ਟੈਕਨੋਲੋਜੀ ਦਾ ਯੁੱਗ ਹੈ। ਤੁਸੀਂ ਅੱਜ ਉਹਨਾਂ ਨੂੰ ਆਨਲਾਈਨ ਬਿਠਾ ਕੇ ਪ੍ਰਵਚਨ ਕਰਾਤਾ, ਫਿਰ ਕੱਲ੍ਹ ਨੂੰ ਅਸੀਂ ਇਹ ਵੀ ਉਮੀਦ ਕਰੀਏ ਕਿ ਲੋਕਾਂ ਦੀ ਡਿਮਾਂਡ 'ਤੇ ਹੋ ਸਕਦਾ ਹੈ ਜੇਲ੍ਹ 'ਚ ਹੀ ਉਹਨਾਂ ਲਈ ਇੰਟਰਨੈਟ ਦੀ ਵਿਵਸਥਾ ਕਰ ਦਿੱਤੀ ਜਾਵੇ ਤੇ ਉਹ ਜੇਲ੍ਹ 'ਚੋਂ ਹੀ ਪ੍ਰਵਚਨ ਦੇ ਦੇਣ ਔਰ ਇਹ ਕਹਿਣ ਕਿ ਜੀ ਲੋਕਾਂ ਦੀ ਆਸਥਾ ਦਾ ਮਸਲਾ ਹੈ। ਅੱਜ ਉਹ ਪੋਲੀਟੀਸ਼ੀਅਨ ਜਿਹੜੇ ਹਰਿਆਣੇ ਦੇ ਕਈ ਪੋਲੀਟੀਸ਼ੀਅਨ ਸਾਰੀ ਦੁਨੀਆ 'ਚ ਪੋਲੀਟੀਕਲ ਲੋਕਾਂ ਨੂੰ ਨਸੀਹਤ ਵੰਡਦੇ ਹੈ। ਅਨਿਲ ਵਿਜ ਜੀ ਹਰੇਕ ਵਾਰ ਕਮੈਂਟ ਕਰਦੇ ਹੈ। ਅੱਜ ਮੈਂ ਉਹਨਾਂ ਨੂੰ ਦੇਖ ਰਿਹਾ ਸੀ, ਉਹ ਲਾਜਵਾਬ ਜੇ ਸੀਗੇ ਕਿ ਜੀ ਬਾਹਰ ਜਾ ਕੇ ਕੋਈ ਇਸ ਤਰ੍ਹਾਂ ਕਰ ਸਕਦਾ ਹੈ। ਠੀਕ ਹੈ, ਬਾਹਰ ਜਾ ਕੇ ਅਗਰ ਇਸ ਤਰ੍ਹਾਂ ਦਾ ਕੰਮ ਕੀਤਾ ਹੈ, ਜੇਲ੍ਹ ਦੀ ਗਰੰਟੀ ਨਹੀਂ, ਅਗਲੀ ਵਾਰ ਪੈਰੋਲ ਨਾ ਦਿਓ। ਤੁਸੀਂ ਅਗਲੀ ਵਾਰ ਪੈਰੋਲ ਨਹੀਂ ਦਿਓਗੇ ਤਾਂ ਆਪਣੇ ਆਪ ਹੀ ਆਦਮੀ ਹਰਕਤ ਨਹੀਂ ਕਰੇਗਾ। ਜੇ ਅਸੀਂ ਆਦਮੀ ਦੀ ਬਾਹਰ ਸੇਫਟੀ ਸਿਕਿਉਰਿਟੀ ਸੁਨਿਸ਼ਚਿਤ ਕਰਦੇ ਹਾਂ ਤੇ ਅਸੀਂ ਇਹ ਕਿਉਂ ਨਹੀਂ ਸੁਨਿਸ਼ਚਿਤ ਕਰਦੇ ਕਿ ਇਹ ਜਾ ਕੇ ਬਾਹਰ ਪ੍ਰਵਚਨ ਨਾ ਕਰਨ? ਅਸੀਂ ਸਮਾਜ 'ਚ ਕੀ ਮੈਸੇਜ ਦੇ ਰਹੇ ਹਾਂ ਕਿ ਇੱਕ ਬਲਾਤਕਾਰੀ, ਇੱਕ ਕਾਤਿਲ ਆਦਮੀ, ਸਜ਼ਾ ਯਾਫਤਾ ਆਦਮੀ ਜੇਲ੍ਹ ਤੋਂ ਬਾਹਰ ਜਾ ਕੇ ਲੋਕਾਂ ਨੂੰ ਪ੍ਰਵਚਨ ਦੇਵੇਗਾ, ਸੱਤਾ ਦਾ ਸਤਸੰਗ ਕਰੇਗਾ, ਸਿਰਫ ਇਸ ਲਈ ਕਿ ਅਗਲੇ ਮਹੀਨੇ ਚੋਣਾਂ ਹੋਣੀਆਂ ਤੇ ਉਹਦਾ ਜਿਹੜਾ ਵੀ ਡੇਰਾ ਵੋਟ ਬੈਂਕ ਹੈ ਉਹ ਵੋਟ ਪਾ ਦੇਗਾ। ਇਹ ਗਲਤ ਪ੍ਰੈਸੀਡੈਂਟ ਹੈ। ਇਸ ਤਰ੍ਹਾਂ ਦਾ ਐਥੀਕਲੀ ਇਸ ਤਰ੍ਹਾਂ ਦਾ ਪ੍ਰੈਸੀਡੈਂਟ ਸੈੱਟ ਨਹੀਂ ਹੋਣਾ ਚਾਹੀਦਾ ਪੋਲੀਟਿਕਸ 'ਚ। ਨੰਬਰ 1, ਰਾਮ ਰਹੀਮ ਦੀ ਤਾਂ ਸ਼ੁਰੂ ਤੋਂ ਆਦਤ ਰਹੀ ਹੈ। ਪੰਜਾਬ ਨੇ ਇਹਦਾ ਮਿੱਥ ਤੋੜਿਆ। ਪੰਜਾਬ 'ਚ ਕਿਉਂ ਡੇਰਾ ਆਪਣੇ ਵੋਟ ਬੈਂਕ ਨੂੰ ਕੰਸੋਲੀਡੇਟ ਕਰਕੇ ਕਿਉਂ ਮਨਮਰਜ਼ੀ ਨਹੀਂ ਕਰਵਾ ਪਾਇਆ? ਅਗਰ ਮੰਨ ਲਓ ਕਿ ਇੰਨਾ ਹੀ ਇਨਫਲੂਐਂਸ਼ੀਅਲ ਹੈ ਡੇਰਾ, ਤੇ ਪੰਜਾਬ 'ਚ 2017 ਦੇ ਨਤੀਜੇ ਕੁਝ ਹੋਰ ਹੋਣੇ ਚਾਹੀਦੇ ਸੀ।
ਇੱਕ ਪਾਰਟੀ ਨੇ ਇਹਨਾਂ ਦੇ ਪਿੱਛੇ ਇੰਨਾ ਵਿਵਾਦ ਝੇਲਿਆ, ਅੱਜ ਵੀ ਝੇਲ ਰਹੇ ਹੈ, ਫਿਰ ਉਹਨਾਂ ਨੂੰ ਫਾਇਦਾ ਕਿਉਂ ਨਹੀਂ ਹੋਇਆ? ਲੇਕਿਨ 25 ਸਾਲ ਤੋਂ ਜੋ ਮੈਂ ਪੰਜਾਬ ਪੋਲਿਟਿਕਸ ਨੂੰ ਕਵਰ ਕਰ ਰਿਹਾ, ਉਸ ਤੋਂ ਮੈਂ ਇਹ ਦੇਖਿਆ ਹੈ ਕਿ ਜਦੋਂ ਵੀ ਇਲੈਕਸ਼ਨ ਆਉਂਦਾ ਹੈ, ਜਿਹੜਾ ਵੀ ਇਲੈਕਸ਼ਨ ਆਉਂਦਾ ਹੈ, ਡੇਰੇ 'ਚ ਲੀਡਰ ਜਾਂਦੇ ਹੈ। ਕਈ ਪੰਜਾਬ ਦੇ ਲੀਡਰ ਵੀ ਤਨਖਾਹੀਏ ਕਰਾਰ ਦਿੱਤੇ ਗਏ, ਉਹਨਾਂ ਨੂੰ ਤਲਬ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ, ਉਹ ਜਾ ਕੇ ਉੱਥੇ ਉਹਨਾਂ ਨੇ ਭਾਂਡੇ ਮਾਂਜਣ ਦੀ ਸੇਵਾ ਸੀ, ਉਹ ਸੇਵਾ ਵੀ ਕੀਤੀ, ਲੇਕਿਨ ਲੀਡਰ ਫਿਰ ਉੱਥੇ ਜਾਂਦੇ ਆ। ਇੱਕ ਤਰੀਕਾ ਤਾਂ ਹੋ ਗਿਆ ਕਿ ਜਾ ਕੇ ਜਦੋਂ ਰਾਮ ਰਹੀਮ ਬਾਹਰ ਸੀ ਉਹਦੇ ਡੇਰੇ ਚਲੇ ਗਏ ਜੀ ਵੋਟ ਮੰਗਣ ਲਈ, ਚਲੋ ਇਹਨਾਂ ਦਾ ਹੱਕ ਹੈ, ਲੀਡਰਸ ਚਲੇ ਜਾਂਦੇ ਆ। ਲੇਕਿਨ ਜਿਹੜਾ ਬੰਦਾ ਸਜ਼ਾ ਯਾਫਤਾ ਹੋ ਗਿਆ, ਤੁਸੀਂ ਉਹ ਭੁੱਲ ਕੇ ਹਰਿਆਣਾ ਦੇ ਡਿਪਟੀ ਸਪੀਕਰ ਕੀ ਕਹਿ ਰਹੇ ਸੀਗੇ, ਅੱਜ ਮੈਂ ਉਹਨਾਂ ਦਾ ਇੰਟਰਵਿਊ ਸੁਣ ਰਿਹਾ ਸੀਗਾ ਕਿ ਤੁਸੀਂ ਅੱਜ ਤੇ ਵਰਚੁਅਲ ਸਾਨੂੰ ਜਿਹੜਾ ਹੈ ਉਹ ਸੰਬੋਧਿਤ ਕਰ ਰਹੇ ਹੋ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਫਿਜ਼ੀਕਲੀ ਬਾਹਰ ਆ ਕੇ ਦਰਸ਼ਨ ਦਿਓ ਸਾਨੂੰ। ਮਤਲਬ ਅਸੀਂ ਉਹ ਭੁੱਲ ਗਏ, ਉਹਨਾਂ ਲੋਕਾਂ ਦਾ ਦਰਦ ਭੁੱਲ ਗਏ ਜਿਨ੍ਹਾਂ ਨੇ 20 ਸਾਲ ਲੜਾਈ ਲੜੀ 2002 ਤੋਂ ਲੈ ਕੇ 2017 ਤੱਕ। ਕਿਆ ਹਰਿਆਣਾ ਸਰਕਾਰ ਇਹ ਭੁੱਲ ਗਈ ਕਿ 25 ਅਗਸਤ 2017 ਨੂੰ ਕੀ ਹੋਇਆ ਸੀ? ਉਦੋਂ ਵੀ ਇਹਨਾਂ ਦੇ ਲੀਡਰਾਂ ਨੇ ਇਹੀ ਗੱਲਾਂ ਕੀਤੀਆਂ ਸੀਗੀਆਂ। ਸਿੱਖਿਆ ਮੰਤਰੀ ਸੀਗੇ ਉਸ ਟਾਈਮ ਰਾਮ ਵਿਲਾਸ ਸ਼ਰਮਾ। ਜਦੋਂ ਪੰਚਕੂਲਾ 'ਚ ਧਾਰਾ 144 ਲੱਗੀ, ਉਹਨਾਂ ਨੇ ਅਸੀਂ ਸਵਾਲ ਚੱਕਿਆ ਹੈ ਕਿ ਜਦ ਧਾਰਾ 144 ਲੱਗੀ ਹੋਈ ਹੈ, ਰਾਮ ਰਹੀਮ ਦੇ ਖਿਲਾਫ ਫੈਸਲਾ ਆਉਣ ਵਾਲਾ ਹੈ CBI ਕੋਰਟ 'ਚ, ਤੇ ਲੋਕ ਉੱਥੇ ਕਿਉਂ ਇਕੱਠੇ ਹੋ ਰਹੇ ਆ? ਔਰ 10,000 ਤੋਂ ਜ਼ਿਆਦਾ ਆਦਮੀ ਇਕੱਠਾ ਹੋ ਗਿਆ ਸੀਗਾ। ਉਸ ਤੋਂ ਪਹਿਲਾਂ ਹੀ ਇੱਕ ਦਬਾਅ ਬਣਾਉਣ ਦੀ ਰਾਜਨੀਤੀ ਸੀ, ਕੋਰਟ ਤੇ ਇੱਕ ਦਬਾਅ ਬਣਾਉਣ ਦੀ ਰਾਜਨੀਤੀ ਸੀਗੀ। ਤੇ ਇਹੀ ਹਰਿਆਣਾ ਸਰਕਾਰ ਦੇ ਕੁਝ ਬੰਦਿਆਂ ਨੇ ਕੀ ਕਿਹਾ ਕਿ ਇਹ ਤਾਂ ਆਪਣੇ ਗੁਰੂ ਦੀ ਆਸਥਾ 'ਚ ਆਏ ਹੈ। ਜੋ 25 ਤਰੀਕ ਨੂੰ ਜਦੋਂ 2:30 ਵਜੇ ਸਜ਼ਾ ਦਾ ਐਲਾਨ ਹੋ ਗਿਆ ਔਰ ਉਸ ਤੋਂ ਬਾਅਦ ਫਾਇਰਿੰਗ ਸ਼ੁਰੂ ਹੋਈ ਔਰ ਅੱਗ ਲਾਣੀ ਸ਼ੁਰੂ ਕੀਤੀ ਔਰ ਭੀੜ ਨੇ ਜਦੋਂ ਪਥਰਾਵ ਕੀਤਾ, ਮੈਂ ਆਪ ਉੱਥੇ ਸੀਗਾ, ਆਪਣੀ ਅੱਖਾਂ ਨਾਲ ਸਭ ਕੁਝ ਦੇਖਿਆ। ਉਹ 1 ਘੰਟਾ ਕੋਈ ਸਰਕਾਰ, ਕੋਈ ਉੱਥੇ ਸਰਕਾਰ ਦਾ ਨੁਮਾਇੰਦਾ ਨਜ਼ਰ ਨਹੀਂ ਆਇਆ। ਜਿਹੜੇ ਅਫਸਰ ਸੀਗੇ ਭੱਜਦੇ ਦੇਖੇ ਮੈਂ ਆਪਣੀ ਅੱਖਾਂ ਨਾਲ, ਜੁੱਤੇ ਉਹਨਾਂ ਦੇ ਸਿਰ ਤੋਂ ਭੱਜਦਿਆਂ ਹੋਇਆਂ ਦੇ ਨਿਕਲ ਕੇ ਬਾਹਰ ਜਾ ਰਹੇ ਸੀ। ਅਸੀਂ ਉੱਥੇ ਖੜੇ ਸੀਗੇ, 36 ਬੰਦਿਆਂ ਦੀਆਂ ਲਾਸ਼ਾਂ ਮੈਂ ਦੇਖੀਆਂ ਉੱਥੇ ਡਿੱਗੀਆਂ ਹੋਈਆਂ ਜਦੋਂ ਗੋਲੀ ਚੱਲੀ। ਕਿਆ ਉਦੋਂ ਵੀ ਇਹਨਾਂ ਨੇ ਇਹੀ ਕਿਹਾ ਸੀ ਜੀ ਇਹ ਤਾਂ ਗੁਰੂ ਦੀ ਆਸਥਾ ਨਿਭਾਉਣਾ ਹੈ? ਕਿਆ ਤੁਸੀਂ ਦੁਬਾਰਾ ਫੇਰ ਇੱਕ ਇਸ ਤਰ੍ਹਾਂ ਦੇ ਇਨਸੀਡੈਂਟ ਨੂੰ ਬੁਲਾਵਾ ਦੇ ਰਹੇ ਹੋ? ਕਿਉਂ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਹੋ? ਅਗਰ ਕਿਸੇ ਵੀ ਕੈਦੀ ਨੂੰ ਪਰੋਲ ਲੈਣਾ ਅਧਿਕਾਰ ਹੈ, ਅੱਜ ਜੇਲ੍ਹ ਮੰਤਰੀ ਕਹਿ ਰਹੇ ਜੀ ਜੇਲ੍ਹ ਤੋਂ ਬਾਹਰ ਜਾ ਕੇ ਕੋਈ ਵੀ ਕੁਝ ਵੀ ਕਰੇ। ਪਹਿਲਾਂ ਕਿਉਂ ਪਰੋਲ ਨਹੀਂ ਮਿਲਦੀ ਸੀਗੀ? ਕਿਉਂਕਿ ਸਿਰਸਾ ਐਡਮਿਨਿਸਟ੍ਰੇਸ਼ਨ ਇਸ ਗੱਲ ਦੀ ਇਜਾਜ਼ਤ ਹੀ ਨਹੀਂ ਦਿੰਦਾ ਸੀ ਕਿ ਅਗਰ ਗੁਰਮੀਤ ਰਾਮ ਰਹੀਮ ਡੇਰਾ ਸੱਚਾ ਸੌਦਾ 'ਚ ਵਾਪਸ ਆ ਜਾਂਦਾ ਹੈ ਤੇ ਉੱਥੋਂ ਉਹ ਵਾਪਸ ਜਾਏਗਾ ਜਾਂ ਨਹੀਂ ਜਾਏਗਾ, ਇਸ ਗੱਲ ਦੀ ਕੋਈ ਗਰੰਟੀ ਨਹੀਂ। ਇਸ ਕਰਕੇ ਕੋਈ ਅਫਸਰ ਆਪਣੇ ਪੈਰ ਨਹੀਂ ਪਸਾਉਂਦਾ ਸੀ, ਪਰੋਲ ਨਹੀਂ ਮਿਲਦੀ। ਪਰੋਲ ਜਿਹੜੀ ਹੈ ਉਹ ਡਿਨਾਈ ਹੁੰਦੀ ਰਹੀ। ਉਸ ਤੋਂ ਬਾਅਦ ਕਦੀ ਹਸਪੀਟਲ ਦੇ ਨਾਂ ਤੇ, ਕਦੀ ਗੁੜਗਾਉਂ ਦੇ ਨਾਮ ਤੇ, ਕਦੀ ਪਰਿਵਾਰ ਨੂੰ ਮਿਲਣ ਦੇ ਨਾਂ ਤੇ, ਹੁਣ ਬਾਗਬਤ ਕਰਨ ਲੱਗੇ। ਚਲੋ ਠੀਕ ਹੈ, ਤੁਸੀਂ ਭੇਜਣਾ ਹੈ ਭੇਜੋ, ਲੇਕਿਨ ਇਹ ਕੋਈ ਤਰੀਕਾ ਨਹੀਂ ਹੁੰਦਾ ਨਾ। ਇੱਕ ਸਿਸਟਮ ਤੋਂ ਯਕੀਨ ਉੱਠਦਾ ਹੈ ਆਮ ਆਦਮੀ ਦਾ। ਮੈਨੂੰ ਅੱਜ ਉਹਨਾਂ ਲੋਕਾਂ ਦੀ ਫਿਕਰ ਹੈ ਜਿਨ੍ਹਾਂ ਲੋਕਾਂ ਨੇ ਇੰਨੀ ਲੰਬੀ ਲੜਾਈ ਲੜੀ। ਮੈਨੂੰ ਇਹ ਲੱਗਦਾ ਹੈ ਕਿ ਅੱਜ ਉਹ ਅਦਾਲਤਾਂ ਕੀ ਸੋਚਦੀਆਂ ਹੋਣਗੀਆਂ, ਉਹ ਵਕੀਲ ਕੀ ਸੋਚਦੇ ਹੋਣਗੇ, ਉਹ CBI ਅਫਸਰ ਕੀ ਸੋਚਦੇ ਹੋਣਗੇ ਜਿਨ੍ਹਾਂ ਨੇ ਇੰਨੀ ਲੰਬੀ ਲੜਾਈ ਲੜੀ। ਲੀਡਰ ਫਿਰ ਜਾ ਕੇ ਖੜੇ ਆ ਉਸ ਤਰ੍ਹਾਂ ਕਰਕੇ। ਮੈਨੂੰ ਇਹ ਲੱਗਦਾ ਹੈ ਕਿ ਇੱਕ ਵਾਰੀ ਸਿਆਸਤਦਾਨਾਂ ਨੂੰ ਇਹਦੇ ਤੇ ਆਪਣੇ ਅੰਦਰ ਝਾਕਣ ਦੀ ਲੋੜ ਹੈ। ਤੁਸੀਂ ਪੋਲਿਟਿਕਸ ਕਰੋ, ਲੇਕਿਨ ਘੱਟ ਤੋਂ ਘੱਟ ਉਹਨਾਂ ਦੇ ਸੈਂਟੀਮੈਂਟਸ ਦਾ ਵੀ ਖਿਆਲ ਰੱਖੋ। ਉਸ ਕੋਰਟ ਕਚਹਿਰੀ ਕਾਇਦੇ ਕਾਨੂੰਨ ਦਾ ਵੀ ਖਿਆਲ ਰੱਖੋ ਜਿਹੜਾ ਸਾਨੂੰ ਇਹ ਤਾਕਤ ਦਿੰਦਾ ਹੈ ਕਿ ਨਿਆਂ ਕੀ ਹਮੇਸ਼ਾ ਜੀਤ ਹੋਤੀ ਹੈ। ਫਰੇਮਵਰਕ ਬਣਨਾ ਚਾਹੀਦਾ ਵੀ ਹਾਂ ਤੁਸੀਂ ਪੈਰੋਲ ਤੇ ਬਾਹਰ ਆ ਗਏ, ਠੀਕ ਹੈ, ਲੇਕਿਨ ਤੁਸੀਂ ਪ੍ਰੋਪੋਗੇਸ਼ਨ ਨਹੀਂ ਕਰ ਸਕਦੇ, ਪੋਲੀਟੀਕਲ ਐਕਟੀਵਿਟੀ ਨਹੀਂ ਕਰ ਸਕਦੇ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਲੱਗਦਾ ਨਹੀਂ ਸਰ ਵੀ ਬੜਾ ਜ਼ਰੂਰੀ ਹੈ ਤਾਂ ਕਿ ਇਹ ਅੱਗੇ ਤੋਂ ਇਦਾਂ ਦਾ ਨੋਰਮ ਫੋਲੋ ਨਾ ਹੋਏ, ਵੀ ਕੰਡੀਸ਼ਨਸ ਬਣਾਈਆਂ ਜਾਣ, ਖਾਸ ਕਰਕੇ ਸਟ੍ਰਿਕਟਲੀ ਫੋਲੋ ਕੀਤਾ ਜਾਏ, ਜੇ ਕੋਈ ਵਾਇਲੇਸ਼ਨ ਕਰਦਾ ਕੇਸ ਰਜਿਸਟਰ ਹੋਏ। ਦੇਖੋ, ਸਭ ਤੋਂ ਵੱਡੀ ਧਾਰਨਾ ਜੋ ਇੱਕ ਜਰਨਲ ਗੱਲ ਹੈ ਨਾ ਸਾਡੇ ਸਮਾਜ 'ਚ, ਇਹ ਆਉਂਦੀ ਹੈ ਕਿ ਯਾਰ ਕਾਇਦਾ ਕਾਨੂੰਨ ਨਾ ਆਮ ਆਦਮੀ ਲਈ ਹੁੰਦਾ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਉਸ ਧਾਰਨਾ ਨੂੰ ਹੋਰ ਮਜ਼ਬੂਤ ਕਰਦੀਆਂ। ਇੱਕ ਕੇਸ ਸਟੱਡੀ ਇੱਕ ਮਿਸਾਲ ਦੇ ਤੌਰ ਤੇ ਪੇਸ਼ ਕੀਤੇ ਜਾਂਦੇ ਆ। ਅੱਜ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਤਾਂ ਉਹ ਬਾਕੀ ਜੋ ਲੋਕ ਅੰਦਰ ਬਾਬੇ ਬੰਦ ਹੈ ਉਹਨਾਂ ਦੇ ਮੀਮ ਬਣ ਕੇ ਚੱਲ ਰਹੇ ਹੈ ਕਿ ਸਾਨੂੰ ਵੀ ਛੱਡ ਦਿਓ, ਅਸੀਂ ਵੀ ਵੋਟਾਂ ਦਵਾ ਦਾਂਗੇ। ਅਸੀਂ ਕਿਉਂ ਕਾਇਦੇ ਕਾਨੂੰਨ ਨੂੰ ਅਸੀਂ ਕਿਉਂ ਇਸ ਤਰ੍ਹਾਂ ਦੇ ਛਿੱਕੇ ਟੰਗ ਰਹੇ ਹਾਂ? ਤਕਲੀਫ ਇਸ ਕਰਕੇ ਹੁੰਦੀ ਹੈ, ਉਹ ਜਿਹੜਾ ਵਾਇਲੈਂਸ ਹੋਇਆ ਸੀ ਉਹਦੇ 'ਚ ਹਰਿਆਣਾ ਸਰਕਾਰ ਨੇ, ਹਰਿਆਣਾ ਪੁਲਿਸ ਨੇ ਇੱਕ ਕੇਸ ਵੀ ਬਣਾਇਆ ਕਿ ਜਦੋਂ ਕੋਰਟ ਨੇ ਵਰਡਿਕਟ ਦਿੱਤਾ ਉਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਪੁਲਿਸ ਦੇ ਕਬਜ਼ੇ 'ਚੋਂ ਛੁਡਾ ਕੇ ਲਿਜਾਣ ਦੀ ਕੋਸ਼ਿਸ਼ ਸੀ। ਉਹਦੇ ਲਈ ਹਥਿਆਰ ਆਏ ਸੀਗੇ, ਉਹਦੇ ਲਈ ਫਲਾਣੇ ਆਦਮੀ ਨੇ ਪਲੈਨਿੰਗ ਕੀਤੀ ਸੀਗੀ, ਹਿੰਸਾ ਹੋਣੀ ਸੀ ਔਰ ਹਿੰਸਾ 'ਚ ਛੁਡਾ ਕੇ ਲੈ ਜਾਣਾ ਸੀਗਾ। ਹਨੀਪ੍ਰੀਤ ਨੇ ਸਾਰਿਆਂ ਤੇ ਕੇਸ ਬਣਾਤੇ, ਫਾਇਰਿੰਗ ਹੋ ਗਈ, ਗੱਡੀਆਂ ਫੂਕਤੀਆਂ। ਮਤਲਬ ਇਦਾਂ ਦੀ ਸਿਚੁਏਸ਼ਨ ਹੋ ਗਈ ਕਿ ਜਿੱਦਾਂ ਇਹ ਲੱਗਦਾ ਸੀ ਕਿ ਪਤਾ ਨਹੀਂ ਹਿੰਦੁਸਤਾਨ 'ਚ ਕੀ ਹੋਣ ਵਾਲਾ ਹੈ। ਤੁਸੀਂ ਸਿਰਫ 3 ਸਾਲ 'ਚ ਇਹ ਸਭ ਭੁੱਲ ਗਏ ਕਿ ਇਹ ਛੁਡਾਉਣ ਦੀ ਕੋਸ਼ਿਸ਼ ਵੀ ਸੀਗੀ। ਅੱਜ ਉਹ ਛੁਡਾਉਣ ਦੀ ਕੋਸ਼ਿਸ਼ ਦਾ ਡਰ ਨਹੀਂ ਲੱਗਦਾ ਕਿਉਂਕਿ ਅੱਗੇ ਵੋਟ ਬੈਂਕ ਨਜ਼ਰ ਆਉਂਦਾ ਹੈ। ਨੰਬਰ 2, ਤੁਹਾਨੂੰ ਇਹ ਚਿੰਤਾ ਭੁੱਲ ਗਈ ਕਿ ਆਦਮੀ ਤੇ ਤੁਸੀਂ ਇੰਨੀ ਵੱਡੀ ਸਾਜ਼ਿਸ਼ ਰਚਣ ਦਾ ਕੇਸ ਬਣਾਇਆ ਸੀ।
ਸੀਬੀਆਈ ਕੋਰਟ ਨੇ ਇਸ ਬੰਦੇ ਨੂੰ 4 ਕੇਸਾਂ ਦੀ ਸਜ਼ਾ ਸੁਣਾਈ ਹੈ। ਇਸ ਬੰਦੇ ਕਰਕੇ ਲੋਕਾਂ ਨੇ ਆਪਣੀ ਰਿਜ਼ੈਂਟਮੈਂਟ ਕੱਢੀ ਸੀਗੀ, ਔਰ ਉਦੋਂ ਵੀ ਤੁਹਾਡੀ ਇਹ ਸੋਚ ਗਲਤ ਸਾਬਿਤ ਹੋਈ ਸੀ ਕਿ ਇਹ ਆਪਣੇ ਗੁਰੂ ਦੀ ਆਸਥਾ ਲਈ ਆਏ ਹੈ। ਪੈਟਰੋਲ ਔਰ ਗੱਡੀਆਂ ਪਾ ਕੇ ਚਲਾਇਆ ਗਿਆ ਸੀ। ਤੁਸੀਂ 3 ਸਾਲਾਂ 'ਚ ਉਹ ਸਭ ਚੀਜ਼ਾਂ ਭੁੱਲ ਗਏ। ਸਵਾਲ ਇਹ ਹੈ ਕਿ ਅਗਰ ਇਸੇ ਤਰ੍ਹਾਂ ਤੁਸੀਂ ਭੁੱਲਦੇ ਰਹੋਗੇ ਤਾਂ ਤੁਸੀਂ ਇੱਕ ਹੋਰ ਵੱਡੇ ਇਨਸੀਡੈਂਟ ਨੂੰ ਬੁਲਾਵਾ ਦੇ ਰਹੇ ਹੋ। ਇਸ ਤਰ੍ਹਾਂ ਦੇ ਆਦਮੀ ਜਾਂ ਇਸ ਤਰ੍ਹਾਂ ਦੇ ਆਦਮੀਆਂ ਨਾਲ ਜੁੜੇ ਹੋਏ ਕੁਝ ਲੋਕ ਉਹ ਫਿਰ ਇਸ ਤਰ੍ਹਾਂ ਦਾ ਕੋਈ ਕਾਰਾ ਕਰ ਬੈਠਣਗੇ, ਫਿਰ ਕੋਈ ਇਸ ਤਰ੍ਹਾਂ ਦਾ ਦਬਾਅ ਬਣਾਉਣ ਦੀ ਰਾਜਨੀਤੀ ਖੇਲ ਦੇਣਗੇ ਜਿਹਦੇ 'ਚ ਫਿਰ ਆਮ ਪਬਲਿਕ ਨੂੰ ਕੋਈ ਨੁਕਸਾਨ ਹੋ ਸਕਦਾ ਹੈ। ਇਹ ਸਭ ਚੀਜ਼ਾਂ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ। ਅਗਰ ਮੰਨ ਲਓ ਪਹਿਲੇ ਦਿਨ ਤੋਂ ਕ੍ਰਾਈਮ ਔਰ ਕ੍ਰਿਮੀਨਲ ਤੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਡਿਟੈਕਸ਼ਨ, ਮੈਂ ਇਸ ਚੀਜ਼ 'ਚ ਬਿਲੀਵ ਕਰਦਾ। ਅਗਰ ਤੁਸੀਂ ਆਦਮੀ ਨੂੰ ਛੋਟੀ ਗਲਤੀ ਤੇ ਰੋਕ ਦੋਗੇ ਨਾ ਤਾਂ ਤੁਸੀਂ ਵੱਡੀ ਗਲਤੀ ਨੂੰ ਟਾਲ ਦਿੰਦੇ ਹੋ ਜਾਂ ਵੱਡੀ ਗਲਤੀ ਹੋਣ ਤੋਂ ਬਚਾ ਲੈਂਦੇ ਹੋ। ਲੇਕਿਨ ਅਗਰ ਤੁਸੀਂ ਬਾਰ-ਬਾਰ ਆਪਣੇ ਮਤਲਬ ਲਈ ਛੋਟੀ-ਛੋਟੀ ਗਲਤੀਆਂ ਕਰਨ ਦੀ ਇਜਾਜ਼ਤ ਦਿੰਦੇ ਰਹੋਗੇ ਨਾ ਤਾਂ ਇੱਕ ਦਿਨ ਕੋਈ ਨਾ ਕੋਈ ਵੱਡੀ ਗਲਤੀ ਹੋ ਜਾਏਗੀ, ਔਰ ਉਸ ਵੱਡੀ ਗਲਤੀ ਤੇ ਫਿਰ ਤੁਹਾਨੂੰ ਨਾ ਪੜਦਾ ਪਏਗਾ। 36 ਲੋਕਾਂ ਦੀ ਜਾਨ ਅੱਜ ਮੈਨੂੰ ਤਾਂ ਯਾਦ ਹੈ, ਮੈਨੂੰ ਤਾਂ ਐਂ ਲੱਗਦਾ ਵੀ ਅੱਜ ਵੀ ਮੇਰੀ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ। ਉਸੀ ਇਨਸੀਡੈਂਟ ਦੀ ਇੱਕ ਗੋਲੀ ਆ ਮੇਰੇ ਕਮਰੇ 'ਚ ਲੱਗੀ ਹੋਈ ਹੈ। ਅਗਰ ਤੁਸੀਂ ਦੇਖੋ ਨਾ, ਇਹ ਉਸੀ ਕਵਰੇਜ ਦੀ ਇੱਕ ਗੋਲੀ ਹੈ ਜਿਹੜੀ ਉੱਥੋਂ ਖਾਲੀ ਖੋਲ ਜਿਹੜਾ ਉੱਥੇ ਚੱਲਿਆ ਸੀਗਾ। ਕਿਉਂਕਿ ਤੁਸੀਂ ਮੈਨੂੰ ਲੱਗਦਾ ਉਸ ਕਵਰੇਜ ਨੂੰ ਅੱਜ ਵੀ ਲੋਕ ਰੈਕਗਨਾਈਜ਼ ਕਰਦੇ ਨੇ ਵੀ ਕਿਸ ਤਰ੍ਹਾਂ ਡੇਅਰਿੰਗ ਸੀਗਾ ਔਰ ਕਿਸ ਤਰ੍ਹਾਂ ਲੋਕ ਮਰ ਰਹੇ ਸੀ, ਪੰਚਕੂਲਾ ਜਲ ਰਿਹਾ ਸੀ, ਲੇਕਿਨ ਐਡਮਿਨਿਸਟ੍ਰੇਸ਼ਨ ਐਕਸਪੈਕਟਡ ਸੀ। ਇੱਕ ਆਦਮੀ ਦੇ ਪਿੱਛੇ ਮੈਂ ਉਹ ਚੀਜ਼ ਦੇਖੀ ਹੋਈ ਹੈ, ਤਾਂ ਮੈਨੂੰ ਲੱਗਦਾ ਹੈ ਕਿ ਇਹ ਫਿਰ ਦੁਬਾਰਾ ਬਲੰਡਰ ਕਰਨ ਜਾ ਰਹੇ ਹੈ, ਇਹ ਫਿਰ ਦੁਬਾਰਾ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਰਹੇ ਹੈ। ਆਮ ਲੋਕਾਂ ਦੇ ਸੈਂਟੀਮੈਂਟਸ ਕਿੰਨੇ ਹਰਟ ਹੋ ਰਹੇ ਹੋਣਗੇ। ਸਵਾਲ ਇਹ ਹੈ ਕਿ ਸਿਰਫ ਇੱਕ ਵੋਟ ਬੈਂਕ ਪਿੱਛੇ ਤੁਸੀਂ ਇਸ ਆਦਮੀ ਨੂੰ ਫਿਰ ਤਰਜੀਹ ਦੇਣ ਲੱਗ ਗਏ। ਉਹ ਸੋਚੋ ਤੁਸੀਂ ਉਹ ਕੋਰਟ ਕਚਹਿਰੀ ਵਕੀਲ ਇਨਵੈਸਟੀਗੇਸ਼ਨ ਅਫਸਰ ਕੀ ਸੋਚਦੇ ਹੋਣਗੇ ਜਿਨ੍ਹਾਂ ਨੇ 15 ਸਾਲ ਸਜ਼ਾ ਦਿਵਾਉਣ ਲਈ ਇੰਨੀ ਲੜਾਈ ਲੜੀ। ਇਹਦਾ ਮਤਲਬ ਤਾਂ ਇਹ ਹੋ ਸਕਦਾ ਹੈ ਕਿ ਫਿਰ ਤੁਸੀਂ ਕੱਲ ਨੂੰ ਵੋਟ ਬੈਂਕ ਨੂੰ ਮਤਲਬ ਇਹਨਾਂ ਨੂੰ ਛੱਡ ਹੀ ਦਿਓ। ਲੈਟ ਡਾਊਨ ਫੀਲ ਕਰ ਰਹੇ ਹੋਣੇ ਹੋ। ਡੈਫੀਨੇਟਲੀ ਲੈਟ ਡਾਊਨ ਕਰਦੇ। ਮੈਂ ਉਸ ਟਾਈਮ ਜੋ ਪੁਲਿਸ ਭੱਜਦੀ ਦੇਖੀ, ਜੋ ਅਫਸਰ ਭੱਜਦੇ ਦੇਖੇ, ਮੈਂ ਉੱਥੋਂ ਜੋ ਲੋਕ ਜਾਨ ਬਚਾ ਕੇ ਭੱਜ ਰਹੇ ਸੀ ਔਰ ਕਿਸ ਤਰ੍ਹਾਂ ਰੇਲਿੰਗਾਂ ਦੀਆਂ ਰੇਲਿੰਗਾਂ ਪੱਟ ਕੇ ਔਰ ਪੱਥਰ ਮਾਰ ਰਹੇ ਸੀ। 3 ਬੰਦੇ ਸਾਡੇ, ਮੇਰਾ ਆਪਣਾ ਕਰੂ ਇੰਜਰਡ ਹੋਇਆ ਸੀਗਾ ਉਦੋਂ। ਸੋ ਉਹ ਚੀਜ਼ਾਂ ਸਾਨੂੰ ਦਿਖਦੀਆਂ। ਆਲੇ ਦੁਆਲੇ ਜਿਹੜੇ ਵਿਚਾਰੇ ਲੋਕ ਆਏ ਹੋਏ ਸੀਗੇ ਉਹਨਾਂ ਦੀਆਂ ਲਾਸ਼ਾਂ ਪਈਆਂ, 18 ਲਾਸ਼ਾਂ ਮੇਰੇ ਆਲੇ ਦੁਆਲੇ ਮੈਂ ਗਿਣੀਆਂ ਸੀਗੀਆਂ, ਔਰ ਘੱਟ ਤੋਂ ਘੱਟ 15 ਗੱਡੀਆਂ ਨੂੰ ਅੱਗ ਲਾ ਕੇ ਉੱਥੇ ਨੁਕਸਾਨ ਔਰ ਜੋ ਕੁਝ ਹੋਇਆ ਸੀ ਜੋ ਸਾਰੀ ਦੁਨੀਆ ਨੇ ਦੇਖਿਆ ਸੀ। ਸੋ ਉਹ ਇੰਨੀ ਜਲਦੀ ਕਿਸ ਤਰ੍ਹਾਂ ਭੁੱਲ ਸਕਦੀ ਹੈ ਕੋਈ ਵੀ ਸਰਕਾਰ? ਕਿਆ ਇਹਨਾਂ ਲਈ ਲੋਕਾਂ ਦਾ ਨੁਕਸਾਨ ਕੋਈ ਨੁਕਸਾਨ ਹੀ ਨਹੀਂ ਹੁੰਦਾ? ਸਿਰਫ ਰਾਜਨੀਤੀ ਵੋਟ ਬੈਂਕ ਦੀ ਰਹਿ ਗਈ ਹੈ, ਇਸ ਤੋਂ ਇਲਾਵਾ ਕੋਈ ਵੀ ਚੀਜ਼ ਨਹੀਂ ਹੈ। ਗੈਰਤ ਕੋਈ ਚੀਜ਼ ਨਹੀਂ ਹੈਗੀ, ਕਾਇਦਾ ਕਾਨੂੰਨ ਕੋਈ ਚੀਜ਼ ਨਹੀਂ ਹੈਗਾ, ਅਦਾਲਤਾਂ ਦੇ ਫੈਸਲੇ ਕੋਈ ਚੀਜ਼ ਨਹੀਂ ਹੈਗੇ। ਸੋਚੋ ਅਗਰ ਇੱਕ ਵੋਟਾਂ ਲਈ ਓਪਨਲੀ ਵਰਚੁਅਲ ਪ੍ਰੋਗਰਾਮ 'ਚ ਇਸ ਤਰ੍ਹਾਂ ਦੀ ਗੱਲ ਇਹ ਲੀਡਰ ਕਰ ਰਹੇ ਹੈ ਤੇ ਇਹਨਾਂ ਲੀਡਰਾਂ ਤੋਂ ਅਗਰ ਕੰਸੈਂਸਸ ਕਰਾ ਲਿਆ ਜਾਏਗੀ ਜੀ ਇਹਨਾਂ ਨੂੰ ਛੱਡ ਦਈਏ ਤੁਹਾਨੂੰ ਵੋਟਾਂ ਮਿਲ ਜਾਣਗੀਆਂ, ਇਹ ਕਹਿਣਗੇ ਛੱਡ ਦਿਓ। ਬੀਜੇਪੀ ਲੀਡਰ से ਆਪਾਂ ਗੱਲ ਕੀਤੀ, ਉੱਥੇ ਵੀ ਬੈਠੇ ਸੀ, ਇੱਕ ਲੀਡਰ ਨੇ ਇੱਥੇ ਤੱਕ ਕਹਿਤਾ ਫਿਜ਼ੀਕਲੀ ਬਾਹਰ ਆ ਜਾਓ, ਲੇਕਿਨ ਇੰਨੀ ਮਜਬੂਰੀ ਬਣ ਗਈ ਪੋਲੀਟੀਕਲ ਕਲਾਸ ਦੀ, ਕਾਂਗਰਸ ਦੇ ਲੀਡਰ ਵੀ ਅੱਜ ਕੁਝ ਨਹੀਂ ਬੋਲਣ ਨੂੰ ਤਿਆਰ ਸੀਗੇ। ਦੇਖੋ ਕਾਂਗਰਸ ਦੇ ਮੈਂ ਉਹੀ ਕਹਿ ਰਿਹਾ ਕਿ ਸਿਆਸਤਦਾਨਾਂ ਦੀ ਮਜਬੂਰੀ ਦੇਖੋ ਤੁਸੀਂ। ਇੱਕ ਕੰਮ ਹੁੰਦਾ ਹੈ, ਦੂਜਾ ਉਹਨੂੰ ਨਹੀਂ ਟੋਕਦਾ ਹੈ। ਮੈਂ ਕਹਿੰਦਾ ਐਸੇ ਵਿਪਕਸ਼ ਤੇ ਲਾਨਤ ਹੈ ਜਿਹੜਾ ਚੰਗੇ ਨੂੰ ਚੰਗਾ ਔਰ ਮਾੜੇ ਨੂੰ ਮਾੜਾ ਨਹੀਂ ਕਹਿ ਸਕਦਾ। ਭੁਪਿੰਦਰ ਸਿੰਘ ਹੁੱਡਾ ਅੱਜ ਕਹਿ ਰਹੇ ਸੀਗੇ ਕਿ ਚਲੋ ਠੀਕ ਹੈ ਜੀ, ਪਰੋਲ ਲੈਣਾ ਤਾਂ ਸਭ ਦਾ ਅਧਿਕਾਰ ਹੈ, ਤੇ ਬਈ ਤੁਸੀਂ ਵੀ ਉਹਨਾਂ ਦੇ ਪ੍ਰਵਚਨ 'ਚ ਚਲੇ ਜਾਓ, ਤੁਸੀਂ ਵੀ ਸੁਣ ਲਓ, ਤੁਹਾਨੂੰ ਕਿਉਂ ਨਹੀਂ ਬੁਲਾਇਆ? ਜਿਹੜੇ ਲੀਡਰ ਗਏ ਸੀਗੇ ਉਹਨਾਂ 'ਚੋਂ ਅਸੀਂ ਕਾਫੀਆਂ ਨਾਲ ਗੱਲ ਵੀ ਕੀਤੀ। ਕਰਨਾਲ ਵਾਲੇ ਕਹਿੰਦੇ ਜੀ ਸਾਨੂੰ ਤਾਂ ਕੋਈ ਵੀ ਆਦਮੀ ਬੁਲਾਉਂਦਾ ਹੈ ਤੇ ਅਸੀਂ ਉਸ ਪ੍ਰੋਗਰਾਮ 'ਚ ਚਲੇ ਜਾਂਦੇ ਹਾਂ। ਇਹ ਸਵੱਛਤਾ ਨੂੰ ਲੈ ਕੇ ਇੱਕ ਅਭਿਆਨ ਸੀਗਾ, ਵਰਚੁਅਲੀ ਜੁੜਨਾ ਸੀ, ਸਾਨੂੰ ਲੋਕਾਂ ਨੇ ਬੁਲਾਇਆ, ਅਸੀਂ ਚਲੇ ਗਏ। ਬਿਲਕੁਲ ਚਲੇ ਗਏ, ਤੁਸੀਂ ਬਹੁਤ ਅੱਛੀ ਗੱਲ ਕੀਤੀ, ਲੇਕਿਨ ਤੁਸੀਂ ਇਹ ਭੁੱਲ ਗਏ ਕਿ ਜਿਸ ਨਿਆਂਪਾਲਿਕਾ ਨੂੰ ਅਸੀਂ ਸੁਪਰੀਮ ਮੰਨਦੇ ਹਾਂ ਉਸੀ ਨਿਆਂਪਾਲਿਕਾ ਨੇ ਇਹਨੂੰ ਦੋਸ਼ੀ ਕਰਾਰ ਦਿੱਤਾ ਹੋਇਆ। ਲੀਡਰਾਂ ਦਾ ਇਹ ਵਰਤਾਵ ਇਹ ਸਾਬਿਤ ਕਰਦਾ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਜਿਸ ਤਰ੍ਹਾਂ ਜੇਲ੍ਹ 'ਚ ਰਹਿਣਾ ਚਾਹੀਦਾ ਹੈ ਉਹ ਉਸ ਤਰ੍ਹਾਂ ਨਹੀਂ ਰਹਿ ਰਿਹਾ ਹੋਵੇਗਾ। ਉਹ ਆਮ ਕੈਦੀ ਔਰ ਖਾਸ ਕੈਦੀ ਦਾ ਫਰਕ ਦਿਖਦਾ ਹੋਵੇਗਾ। ਵਰਨਾ ਗੁਰਮੀਤ ਰਾਮ ਰਹੀਮ ਦੀ ਇਹ ਹਿੰਮਤ ਨਹੀਂ ਹੋਣੀ ਚਾਹੀਦੀ ਸੀਗੀ ਕਿ ਇਸ ਤਰ੍ਹਾਂ ਦੀਆਂ ਗੱਲਾਂ ਵਰਚੁਅਲੀ ਉਸੇ ਦਿਨ ਆ ਕੇ ਕਰੇ। ਇਹ ਵੀ ਇੱਕ ਮਨਸ਼ਾ ਸਾਫ਼ ਹੋ ਗਈ ਕਿ ਕਿਸ ਮਕਸਦ ਨਾਲ ਇਹ ਪਰੋਲ ਦਿੱਤੀ ਗਈ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ तमाम ਚੀਜ਼ਾਂ ਸਰਕਾਰ ਦੇ ਅਧਿਕਾਰ ਖੇਤਰ 'ਚ ਅਸੀਂ ਦਖਲ ਨਹੀਂ ਦੇ ਰਹੇ, ਬਟ ਇੱਕ ਸਵਾਲ ਜ਼ਰੂਰ ਚੱਕ ਰਹੇ ਹਾਂ। ਮੈਂ ਸਿੰਪਲ ਇੱਕ ਸਵਾਲ ਪੁੱਛਦਾ ਕਿ ਕਿਆ ਇਸ ਤਰ੍ਹਾਂ ਦੀ ਰਿਆਇਤ ਜਿਸ ਤਰ੍ਹਾਂ ਦੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ, ਹੋਰ ਕਿੰਨੇ ਇੱਦਾਂ ਦੇ ਕੈਦੀਆਂ ਨੂੰ ਦਿੱਤੀ ਜਾਂਦੀ ਹੈ? ਆਸਾਰਾਮ ਬਾਪੂ ਨੂੰ ਵੀ ਫਿਰ ਤਾਂ ਇਸ ਤਰ੍ਹਾਂ ਦੀ ਰਿਆਇਤ ਦੇਣ ਲੱਗ ਜਾਓ, ਉਹਦਾ ਵੀ ਵੋਟ ਬੈਂਕ ਹੈਗਾ, ਉਹ ਕਹੇਗਾ ਭਾਈ ਅਸੀਂ ਵੀ ਵੋਟ ਦਵਾ ਦਿੰਦੇ ਹਾਂ। ਸੋ ਇਹ ਕ੍ਰਾਈਮ ਵਧੇਗਾ ਜਦੋਂ ਇਹਨਾਂ ਨੂੰ ਇਹ ਪਤਾ ਲੱਗ ਜਾਏਗਾ ਨਾ ਕਿ ਅਸੀਂ ਸਿਸਟਮ ਤੋਂ ਵੱਡੇ ਹੋ ਗਏ ਹਾਂ।
ਲੋਕਾਂ ਦਾ ਯਕੀਨ ਸਿਸਟਮ 'ਚ ਘਟੇਗਾ, ਸਰਕਾਰਾਂ 'ਚ ਘਟੇਗਾ, ਔਰ ਜੋ ਆਦਮੀ ਮਨਮਰਜ਼ੀ ਕਰਨ ਵਾਲੇ ਆ ਉਹਨਾਂ ਦਾ ਵਧੇਗਾ। ਜੁਰਮ ਨੂੰ ਰੋਕਣ ਲਈ ਜਾਂ ਮਨਮਰਜ਼ੀਆਂ ਨੂੰ ਰੋਕਣ ਲਈ ਹੀ ਕਾਇਦਾ, ਕਾਨੂੰਨ, ਪੁਲਿਸ ਔਰ ਸਿਸਟਮ ਵਰਕ ਕਰਦਾ ਹੈ। ਜਦੋਂ ਤੁਸੀਂ ਸਿਸਟਮ ਨੂੰ ਛੋਟਾ ਦਿਖਾਉਣ ਲੱਗ ਜਾਓਗੇ ਤਾਂ ਫਿਰ ਲੋਕਾਂ ਨੂੰ ਇਹ ਲੱਗਣ ਲੱਗੇਗਾ ਕਿ ਇਨਕਾ ਤਾਂ ਕੁਝ ਨਹੀਂ ਹੋ ਸਕਦਾ, ਇਹਨਾਂ ਦਾ ਅਸੀਂ ਕੁਝ ਨਹੀਂ ਕਰ ਸਕਦੇ। ਸੋ ਅੱਜ ਇਹ ਫੀਲਿੰਗ ਕਈ ਪਰਿਵਾਰਾਂ ਦੇ ਮਨ 'ਚ ਆ ਰਹੀ ਹੋਏਗੀ, ਜਿਨ੍ਹਾਂ ਨੇ ਆਪਣੇ ਫਾਦਰ ਨੂੰ ਗਵਾਇਆ, ਜਿਨ੍ਹਾਂ ਲੜਕੀਆਂ ਨਾਲ ਬਲਾਤਕਾਰ ਹੋਇਆ, ਜਿਨ੍ਹਾਂ ਕੋਰਟ ਕਚਹਿਰੀਆਂ 'ਚ ਜੁਰਮ ਪ੍ਰੂਵ ਹੋਇਆ। ਅੱਜ ਉਹ ਸਾਰੇ ਇਹ ਸੋਚ ਰਹੇ ਹੋਣਗੇ ਕਿ ਅਸੀਂ ਇੰਨੇ ਸਾਲ ਲੜਾਈ ਲੜੀ, ਲੇਕਿਨ ਦੇਖੋ 3 ਸਾਲ ਬਾਅਦ ਇਹ ਬੰਦਾ ਫਿਰ ਪੋਲੀਟੀਸ਼ੀਅਨ ਖੜੇ ਹੈ ਔਰ ਇਹ ਬੰਦਾ ਆਪਣਾ ਪ੍ਰਵਚਨ ਦੇ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹਿਸਾਰ 'ਚ ਡਿਪਟੀ ਸਪੀਕਰ ਸੀਗੇ ਹਰਿਆਣਾ ਵਿਧਾਨ ਸਭਾ ਦੇ, ਉਹਨਾਂ ਦਾ ਇਹ ਗੱਲ ਕਹਿਣਾ, ਉਹਨਾਂ ਨੂੰ ਇੱਕ ਵਾਰੀ ਇਹ ਸੋਚਣਾ ਚਾਹੀਦਾ ਸੀ ਕਿ ਵੋਟ ਬੈਂਕ ਤੋਂ ਇਲਾਵਾ ਸਾਡੇ ਪਰਿਵਾਰ ਜਿਸ ਤਰ੍ਹਾਂ ਦੇ ਹੁੰਦੇ ਹੈ, ਸਾਡੇ ਆਪਣੇ ਪੜੋਸੀ ਨਾਤੇ ਰਿਸ਼ਤੇਦਾਰ ਇਸ ਤਰ੍ਹਾਂ ਦੇ ਹੁੰਦੇ ਹੈ, ਉसी ਤਰ੍ਹਾਂ ਛਤਰਪਤੀ ਦਾ ਪਰਿਵਾਰ ਵੀ ਹੈ, ਉसी ਤਰ੍ਹਾਂ ਡੇਰਾ ਮੈਨੇਜਰ ਰਣਜੀਤ ਸਿੰਘ ਦਾ ਪਰਿਵਾਰ ਵੀ ਹੈ। ਉਹ ਅੱਜ ਕਿੰਨੇ ਆਪਣੇ ਆਪ ਨੂੰ ਨਿਰਾਸ਼, ਹਤਾਸ਼ ਔਰ ਕਿੰਨਾ ਕੱਲਾ ਮਹਿਸੂਸ ਕਰ ਰਹੇ ਹੋਣਗੇ ਕਿ ਸਿਸਟਮ ਅੱਜ ਵੀ ਇਸ ਬੰਦੇ ਨਾਲ ਖੜਾ ਹੈ, ਵੀ ਅੱਜ ਵੀ ਬੰਦਾ ਇਸ ਸਿਸਟਮ ਨਾਲ ਖੜਾ ਹੈ। ਸੋ ਜਦੋਂ ਪੁਲਿਸ ਕੋਲ ਕੋਈ ਵੀ ਗਵਾਹੀ ਦੇਣ ਜਾਏਗਾ ਨਾ, ਤਾਂ ਇੱਕ ਨਾਰਮਲ ਗਵਾਹ ਇਹ ਜ਼ਰੂਰ ਸੋਚੇਗਾ ਕਿ ਯਾਰ ਉਹ ਗੁਰਮੀਤ ਰਾਮ ਰਹੀਮ ਦਾ ਐਡਾ ਕੇਸ ਸੀ, ਉਹਦੇ 'ਚ ਕੀ ਹੋਇਆ, ਛੱਡੋ। ਐਸੇ ਸਿਸਟਮ ਨੂੰ ਵੀਕ ਕਰਨ ਵਾਲਾ ਕੰਮ ਕਰ ਰਹੇ ਆ। ਆਦਮੀ ਦਾ ਯਕੀਨ ਨਹੀਂ ਰਹਿੰਦਾ ਉਹਦੇ 'ਚ। ਅਗਰ ਕਿਸੇ ਨੂੰ ਸਖਤ ਸਜ਼ਾ ਮਿਲਦੀ ਹੈ, ਬਾਕੀ ਕੈਦੀਆਂ ਦੀ ਤਰ੍ਹਾਂ ਸਜ਼ਾ ਮਿਲਦੀ ਹੈ, ਤੇ 4 ਗਵਾਹ ਖੜੇ ਹੋ ਕੇ ਗਵਾਹੀ ਦਿੰਦੇ ਆ। ਅੱਜ ਜਿਨ੍ਹਾਂ ਕੁੜੀਆਂ ਨਾਲ ਬਲਾਤਕਾਰ ਹੋਇਆ ਸੀ ਔਰ ਉਹਨਾਂ ਕੁੜੀਆਂ ਨੇ ਠੋਕ ਕੇ ਗਵਾਹੀ ਦਿੱਤੀ ਔਰ ਸਜ਼ਾ ਦੇ ਆਖਰੀ ਮੁਕਾਮ ਤੱਕ ਪਹੁੰਚਾਇਆ, ਅੱਜ ਉਹਨਾਂ ਦੇ ਮਨ 'ਚ ਕਿੰਨੀ ਤਕਲੀਫ ਹੋਏਗੀ ਜਦੋਂ ਉਹ ਕਿਸੇ ਪੋਲੀਟੀਸ਼ੀਅਨ ਨੂੰ ਇਸ ਤਰ੍ਹਾਂ ਖੜੇ ਦੇਖਣਗੇ ਜਾਂ ਉਹ ਦੇਖਣਗੇ ਕਿ ਕਿਸ ਤਰ੍ਹਾਂ ਵੋਟਾਂ ਲਈ ਕਰ ਰਹੇ। ਆਸ਼ੀਰਵਾਦ ਮੰਗ ਰਹੇ ਪੋਲੀਟੀਸ਼ੀਅਨ, ਆਸ਼ੀਰਵਾਦ ਮੰਗ ਰਹੇ ਔਰ ਇੱਕ ਸਜ਼ਾ ਯਾਫਤਾ ਆਦਮੀ ਤੋਂ ਆਸ਼ੀਰਵਾਦ ਮੰਗ ਰਹੇ। ਤੁਸੀਂ ਉਹ ਕਵਰੇਜ ਕੀਤੀ ਸੀ ਹਾਈ ਇੰਪੈਕਟ 2017 ਜਿਹੜੀ ਗੱਲ ਕੀਤੀ ਕਿ ਵਾਇਲੈਂਸ ਹੋਈ, ਇੰਨੇ ਲੋਕਾਂ ਦੀ ਡੈਥ ਹੋਈ ਅਨਫੋਰਚੂਨੇਟਲੀ, ਲੇਕਿਨ ਪੋਲੀਟੀਕਲ ਕਲਾਸ ਵੋਟ ਬੈਂਕ ਤੋਂ ਇਲਾਵਾ ਕੁਝ ਦੇਖਦੀ ਨਹੀਂ, ਕੋਈ ਲੈਸਨ ਲਰਨਡ ਨਹੀਂ ਹੋਇਆ ਉਸ ਚੀਜ਼ ਤੋਂ, ਉਹ ਇਨਸੀਡੈਂਟ ਤੋਂ ਕੋਈ ਲੈਸਨ ਨਹੀਂ ਲਿਆ ਜੋ ਹੁਣ ਹੋ ਰਿਹਾ ਬਾਰ-ਬਾਰ। ਦੇਖੋ ਨਵਾਂ ਇਲੈਕਸ਼ਨ ਆਉਂਦਾ, ਨਵੇਂ ਏਜੰਡੇ ਆ ਜਾਂਦੇ ਹੈ, ਜਿੱਤ ਤੋਂ ਇਲਾਵਾ ਕੋਈ ਹੋਰ ਮਕਸਦ ਨਹੀਂ ਹੁੰਦਾ, ਮਸਲਾ ਨਹੀਂ ਹੁੰਦਾ। ਕਈ ਇਸ ਲਈ ਚੁੱਪ ਕਰ ਜਾਂਦੇ ਆ ਕਿ ਮੈਂ ਹਾਰ ਨਹੀਂ ਜਾਵਾਂ, ਕਈ ਇਸ ਕਰਕੇ ਬੋਲਦੇ ਆ ਕਿ ਮੈਂ ਜਿੱਤ ਜਾਵਾਂ। ਇੱਕ ਗੈਰਤ ਵੀ ਕੋਈ ਚੀਜ਼ ਹੁੰਦੀ ਹੈ, ਹਰ ਆਦਮੀ ਦੇ ਅੰਦਰ ਗੈਰਤ ਵੀ ਹੁੰਦੀ ਹੈ। ਪੋਲੀਟੀਸ਼ੀਅਨਸ ਦੇ ਬਾਰੇ ਅਗਰ ਕਈਆਂ ਦੇ ਬਾਰੇ ਕੋਈ ਕਮੈਂਟ ਕਰਦਾ ਤਾਂ ਕਿਉਂ ਕਰਦਾ? ਸ਼ਾਇਦ ਇਸ ਲਈ ਜਦੋਂ ਸਾਡੀ ਗੈਰਤ ਜਵਾਬ ਦੇ ਜਾਂਦੀ ਹੈ। ਸਵਾਲ ਇਹ ਹੈ ਕਿ ਤੁਸੀਂ ਅਗਰ ਸਰਕਾਰ ਸਿਸਟਮ ਦਾ ਫੋਲੋ ਕਰਦੀ ਹੋਏਗੀ ਨਾ, ਕਾਇਦਾ ਕਾਨੂੰਨ ਫੋਲੋ ਕਰਦੀ ਹੋਏਗੀ ਨਾ, ਪਹਿਲੀ ਗੱਲ ਇਹ ਦੱਸੋ ਕਿ ਕਿਆ ਪਰੋਲ ਤੇ ਜਾ ਕੇ ਕਿਸੇ ਵੀ ਆਦਮੀ ਨੂੰ ਵਰਚੁਅਲ, ਜਿਹਦਾ ਕਿ ਪਬਲਿਕ ਹੇਟਰੇਟ ਕ੍ਰਾਈਮ ਸੀਗਾ, ਸ਼ਰੇਆਮ ਫਾਇਰਿੰਗ ਹੋਈ ਪੰਚਕੂਲਾ 'ਚ, ਕਿਆ ਤੁਸੀਂ ਉਹ ਭੁੱਲ ਗਏ? 36 ਲੋਕਾਂ ਦੀ ਜਾਨ ਗਈ, ਤੁਸੀਂ ਉਹ ਭੁੱਲ ਗਏ? ਕਿਆ ਰਾਮ ਰਹੀਮ ਨੇ ਬਲਾਤਕਾਰ ਕੀਤਾ, ਕਤਲ ਕੀਤਾ, ਅਦਾਲਤ ਨੇ ਉਹਨਾਂ ਨੂੰ ਸਜ਼ਾ ਦਿੱਤੀ, ਤੁਸੀਂ ਭੁੱਲ ਗਏ? ਸਰਕਾਰ ਨੂੰ ਇਹ ਸਭ ਚੀਜ਼ਾਂ ਵੀ ਯਾਦ ਰੱਖਣੀਆਂ ਚਾਹੀਦੀਆਂ ਜੇ ਪਰੋਲ ਯਾਦ ਹੈ। ਮੈਨੂੰ ਇਹ ਲੱਗਦਾ ਹੈ ਕਿ ਜਦੋਂ ਇਹੀ ਮਿਨਿਸਟਰ ਕਦੀ ਅੱਗੇ ਭਵਿੱਖ 'ਚ ਮਿਨਿਸਟਰ ਨਹੀਂ ਹੋਣਗੇ, ਅਸੀਂ ਇਹ ਸਵਾਲ ਪੁੱਛਾਂਗੇ ਜਦੋਂ ਇਹ ਸਿਸਟਮ ਕਰਨਗੇ। ਇਹ ਨਹੀਂ ਹੁੰਦਾ ਕਿ ਅਗਰ ਮੇਰੀ ਵਿਰੋਧੀ ਪਾਰਟੀ ਵਾਲੇ ਨੇ ਕੀਤਾ ਤਾਂ ਇਹ ਗਲਤੀ ਹੈ। ਅਸੀਂ ਇਸ ਗੱਲ 'ਚ ਯਕੀਨ ਰੱਖਦੇ ਹਾਂ ਕਿ ਕੋਈ ਵੀ ਆਦਮੀ ਗਲਤ ਕਰਦਾ ਹੈ, ਚਾਹੇ ਮੈਂ ਹਾਂ, ਚਾਹੇ ਵਿਰੋਧੀ ਪਾਰਟੀ ਹੈ, ਚਾਹੇ ਸੱਤਾ ਧਿਰ ਹੈ, ਸਾਨੂੰ ਸਵਾਲ ਚੱਕਣਾ ਚਾਹੀਦਾ ਹੈ। ਮੈਂ ਸਿੰਪਲ ਇੱਕ ਗੱਲ ਕਰਦਾ ਕਿ ਕਿਆ ਇਸ ਤਰ੍ਹਾਂ ਦੀ ਸੁਵਿਧਾ ਹਰ ਕੈਦੀ ਨੂੰ ਹੈ ਕਿ ਉਹ ਜਿੱਥੇ ਵੀ ਜਾ ਕੇ ਪਰੋਲ ਤੇ ਜਾ ਕੇ ਜੋ ਮਰਜ਼ੀ ਕਰੇ? ਆਈ ਥਿੰਕ ਕੰਡੀਸ਼ਨਲ ਹੋਣੀ ਚਾਹੀਦੀ ਹੈ ਵੀ ਆ ਕਰ ਸਕਦੇ ਹੋ। ਨੰਬਰ 3 ਕੰਡੀਸ਼ਨਲ ਕਿਉਂ ਨਹੀਂ ਹੈ? ਕੰਡੀਸ਼ਨਲ ਕਿਉਂ ਨਹੀਂ ਹੈ? ਨੰਬਰ 4 ਅਪਰਾਧ ਕਿਸ ਤਰ੍ਹਾਂ ਦਾ ਹੈ? ਇਸ ਤੋਂ ਸੰਗੀਨ ਅਪਰਾਧ ਕਤਲ ਔਰ ਰੇਪ ਤੋਂ ਮੇਰੇ ਖਿਆਲ ਸੰਗੀਨ ਅਪਰਾਧ ਹੋ ਨਹੀਂ ਸਕਦਾ, ਜੇ ਹੁੰਦਾ ਹੈ ਤਾਂ ਦੱਸ ਦੇਣ। ਨੰਬਰ 4 ਕਿਆ ਸਾਡੇ ਘਰ ਪਰਿਵਾਰ ਜਾਂ ਕਿਸੇ ਨਾਤੇ ਰਿਸ਼ਤੇਦਾਰ ਨਾਲ ਜੁੜੇ ਹੋਏ ਆਦਮੀ ਨਾਲ ਇਹ ਹੋਇਆ ਹੁੰਦਾ ਔਰ ਉਹਦਾ ਦੋਸ਼ੀ 15 ਸਾਲ ਬਾਅਦ ਪੋਲੀਟੀਸ਼ੀਅਨਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੁੰਦਾ, ਤੇ ਕਿਆ ਇਹਨਾਂ ਪੋਲੀਟੀਸ਼ੀਅਨਾਂ ਨੂੰ ਸੋਚਣਾ ਹੈ ਕਿ ਉਹ ਜਰ ਸਕਦੇ ਸੀਗੇ? ਤਕਲੀਫ ਨਹੀਂ ਹੁੰਦੀ ਉਸ ਮਨ 'ਚ? ਨੰਬਰ 4 ਅਗਰ ਤੁਸੀਂ ਸਸ਼ਰਤ ਪਰੋਲ ਨਹੀਂ ਦਿੱਤੀ ਤੇ ਤੁਸੀਂ ਇਹ ਦੱਸੋ ਕਿ ਇਸ ਤਰ੍ਹਾਂ ਦੀ ਪਰੋਲ ਕਿਆ ਬਾਕੀਆਂ ਲਈ ਵੀ ਪ੍ਰਾਵਧਾਨ ਕਰੋਗੇ? 40 ਦਿਨ ਦੀ ਪਰੋਲ ਅਗਰ ਮਿਲੀ ਹੈ ਤਾਂ ਕੁਝ ਟਰਮਸ ਔਰ ਕੰਡੀਸ਼ਨ ਤੇ ਸੈਟਲ ਕਰਦੇ ਹੀ ਹੋਣੇ ਤੁਸੀਂ। ਉਹ ਇਸ ਤਰ੍ਹਾਂ ਦੀ ਹਰਕਤ ਨਾ ਕਰੇ, ਇਹ ਤੈਅ ਕਰਨਾ ਕਿਹਦਾ ਕੰਮ ਹੈ? ਹੁਣ ਹਰਿਆਣਾ ਦੀ ਬਜਾਏ ਉਹ ਬਾਗਪਤ ਯੂਪੀ 'ਚ ਪੈਂਦਾ ਹੈ, ਸੇਫਟੀ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਤੁਸੀਂ ਉੱਥੇ ਰੱਖਤਾ। ਲੇਕਿਨ ਸਵਾਲ ਇਹ ਹੈ ਕਿ ਕਿਆ ਅਗਰ ਉਹ ਜੋ ਮਨਮਰਜ਼ੀ ਕਰਨਾ ਚਾਹੇ ਉਸੇ ਤਰ੍ਹਾਂ ਬਿਹੇਵ ਕਰ ਸਕਦਾ ਹੈ 40 ਦਿਨ ਦੀ ਪਰੋਲ 'ਚ? ਸੋ ਅਗਰ ਇਹ ਕਰਦਾ ਤਾਂ ਸਾਰਿਆਂ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਫਿਰ ਤਾਂ।
ਸਾਲ ਦੇ ਵਿੱਚ 3 ਵਾਰੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਉਸੇ ਗੱਲ ਤੇ ਆ ਰਿਹਾ, ਮੈਂ 1 ਸਾਲ ਦੇ ਵਿੱਚ 3 ਵਾਰੀ ਗੁਰਮੀਤ ਰਾਮ ਰਹੀਮ ਨੂੰ ਬੇਲ ਮਿਲੀ ਹੈ, ਫਰਵਰੀ 'ਚ, ਜੂਨ 'ਚ ਔਰ ਹੁਣ। ਫਰਵਰੀ 'ਚ ਪੰਜਾਬ 'ਚ ਇਲੈਕਸ਼ਨ ਸੀਗਾ, ਹੁਣ ਜੂਨ ਦੇ ਵਿੱਚ ਮਿਊਨਿਸਪਲ ਇਲੈਕਸ਼ਨ ਸੀਗਾ ਹਰਿਆਣਾ ਦੇ ਵਿੱਚ, ਹੁਣ ਫਿਰ ਇਲੈਕਸ਼ਨ ਹੈ। ਇਹ ਕੋਇਨਸੀਡੈਂਸ ਨਹੀਂ ਹੋ ਸਕਦਾ, ਵੈਲ ਪਲੈਨਡ ਹੋ ਸਕਦਾ ਹੈ। ਮੈਂ ਕਹਿ ਰਿਹਾ ਜੀ ਤੁਸੀਂ ਦਿਓ, ਫਿਰ ਪੰਜਾਬ 'ਚ ਕਿਉਂ ਨਹੀਂ ਸਾਬਿਤ ਹੋਇਆ? ਹੁਣ ਜਿਹੜਾ ਸੱਚਾ ਵੋਟਰ ਹੈ ਉਹਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਕੌਣ ਕਹਿ ਰਿਹਾ। ਮੈਨੂੰ ਤਾਂ ਇਹ ਗੱਲ ਹੋਰ ਲੱਗਦੀ ਹੈ, ਰਾਮ ਰਹੀਮ ਵੀ ਜੋ ਕਰਦਾ ਹੈ ਨਾ ਹੁਣ ਵੋਟ ਬੈਂਕ ਦਾ, ਉਹ ਜਲਵਾ ਨਹੀਂ ਰਿਹਾ। ਇਹ ਇੱਕ ਟਾਈਮ ਸੀ ਜਦੋਂ ਇਹ ਇਸ ਤਰ੍ਹਾਂ ਦੇ ਭਰਮ 'ਚ ਪਾ ਕੇ ਲੋਕਾਂ ਨੂੰ ਆਪਣੇ ਮਗਰ ਲਾ ਲੈਂਦੇ ਸੀਗੇ। ਹੁਣ ਜੋ ਕੋਰਟ ਕਚਹਿਰੀਆਂ ਦੇ ਫੈਸਲੇ ਆ ਨਾ, ਹੋ ਸਕਦਾ ਹੈ ਕਿ ਕੁਝ ਪ੍ਰੇਮੀ ਇਸ ਤਰ੍ਹਾਂ ਦਾ ਸੋਚਦੇ ਹੋਣ ਕਿ ਜਿੱਥੇ ਉਹ ਕਹਿਣਗੇ ਅਸੀਂ ਵੋਟ ਪਾ ਦਾਂਗੇ। ਔਰ ਇਹ ਇੱਕ ਪੋਲੀਟੀਕਲ ਪਾਰਟੀਜ਼ ਦੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਚੁੱਪ ਰਹਿ ਕੇ ਜਾਂ ਕੋਈ ਫਾਇਦਾ ਦੇ ਕੇ ਇੱਕ ਇਨਫਲੂਐਂਸ ਕੀਤਾ ਜਾ ਸਕੇ। ਹਾਰ ਜਿੱਤ ਲਈ ਇਹ ਇਸ ਤਰ੍ਹਾਂ ਦੇ ਲੋਕਾਂ ਦਾ ਕੋਈ ਮਾਇਨੇ ਨਹੀਂ ਰੱਖਦਾ ਹੁੰਦਾ, ਵਰਨਾ ਪੰਜਾਬ 'ਚ ਨਤੀਜੇ ਹੋਰ ਹੀ ਹੁੰਦੇ। ਸੋ ਪੰਜਾਬ 'ਚ ਅਗਰ ਨਹੀਂ ਹੋਏ ਤਾਂ ਮੈਨੂੰ ਇਹ ਲੱਗਦਾ ਹੈ ਕਿ ਗੁਰਮੀਤ ਰਾਮ ਰਹੀਮ ਦਾ ਵਹਿਮ ਜਿਹੜਾ ਉਹ ਹਰਿਆਣਾ 'ਚ ਵੀ ਨਿਕਲਣਾ ਚਾਹੀਦਾ ਹੈ। ਔਰ ਅਗਰ ਇਹ ਵਹਿਮ ਨਿਕਲ ਜਾਏਗਾ ਤਾਂ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਕਾਇਦੇ ਕਾਨੂੰਨ ਨੂੰ ਔਰ ਸਧਾਰਨ ਆਦਮੀ ਔਰ ਜਿਹੜਾ ਆਪਣੇ ਆਪ ਨੂੰ ਖਾਸ ਸਮਝਣ ਵਾਲਾ ਆਦਮੀ ਹੈ, ਉਹਦੇ 'ਚ ਫਰਕ ਜਿਹੜਾ ਹੈ ਨਾ ਉਹ ਮਿਟ ਜਾਏਗਾ। ਹਰ ਆਮ ਆਦਮੀ ਨੂੰ ਵੀ ਇਹ ਲੱਗੇਗਾ ਕਿ ਇਹਨੇ ਕੀ ਕਰ ਲਿਆ ਸੀਗਾ। ਸੋ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਜਾਂ ਕਿਸੇ ਇੱਕ ਗੁਰਮੀਤ ਰਾਮ ਰਹੀਮ ਦੀ ਗੱਲ ਨਹੀਂ ਹੈ। ਇਸ ਤਰ੍ਹਾਂ ਦੇ ਕਈ ਗੁਰਮੀਤ ਰਾਮ ਰਹੀਮ ਬੈਠੇ ਹੋਏ ਹੈ ਜਿਹੜੇ ਜਦੋਂ ਵੀ ਵੋਟ ਆਉਂਦਾ ਹੈ ਤੇ ਲੀਡਰ ਉੱਥੇ ਜਾਂਦੇ ਆ ਤੇ ਉਹ ਲੀਡਰਾਂ ਨੂੰ ਦਾ ਸਵਾਗਤ ਕਰਕੇ ਆਪਣੀ ਦੁਕਾਨ ਚਮਕਾਉਂਦੇ ਆ। ਬਹੁਤ ਸਾਰੀ ਆਰਗੇਨਾਈਜੇਸ਼ਨ ਅੱਛਾ ਕੰਮ ਵੀ ਕਰ ਰਹੀਆਂ, ਅਸੀਂ ਉਹਦੀ ਸ਼ਲਾਘਾ ਕਰਦੇ ਹਾਂ, ਲੇਕਿਨ ਇਹ ਵੋਟ ਬੈਂਕ ਲਈ ਪੋਲੀਟੀਸ਼ੀਅਨਾਂ ਨੂੰ ਪਿੱਛੇ ਲਾਉਣ ਵਾਲੇ ਜਿਹੜੇ ਇਹ ਮੈਂ ਕਹਾਂਗਾ ਕਿ ਖਰਾਬ ਸੋਚ ਦੇ ਲੋਕ ਹੈ, ਉਹਨਾਂ ਦਾ ਸਮਰਥਨ ਨਹੀਂ ਹੋਣਾ ਚਾਹੀਦਾ, ਬਿਲਕੁਲ ਨਹੀਂ ਹੋਣਾ ਚਾਹੀਦਾ। ਔਰ ਦੂਜੀ ਗੱਲ, ਨਿਆਂਪਾਲਿਕਾ ਨੇ ਜੋ ਫੈਸਲਾ ਦਿੱਤਾ ਹੈ ਉਹਦਾ ਸਨਮਾਨ ਹੋਣਾ ਚਾਹੀਦਾ। ਜੇ ਉਹਦਾ ਕੋਈ ਸਨਮਾਨ ਨਹੀਂ ਕਰਦਾ ਤੇ ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਪਰੋਲ ਦਿਓ, ਲੇਕਿਨ ਪਰੋਲ 'ਚ ਪ੍ਰਵਚਨ ਨਹੀਂ ਹੋਣਾ ਚਾਹੀਦਾ। ਔਰ ਉਹ ਅਗਰ ਸੱਤਾ ਦਾ ਪ੍ਰਵਚਨ ਹੈ ਤੇ ਜਿਹੜੇ ਇਸ ਪ੍ਰਵਚਨ ਨੂੰ ਸੁਣ ਰਹੇ ਹੈ ਜਾਂ ਜਿਹੜੇ ਖੁਸ਼ਾਮਦ ਤੇ ਲੱਗੇ ਹੋਏ ਹੈ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਆਖਿਰਕਾਰ ਸਾਡਾ ਕੋਈ ਰੋਲ ਪਬਲਿਕ ਦੇ ਪ੍ਰਤੀ ਵੀ ਬਣਦਾ ਹੈ, ਉਹਨਾਂ ਪਰਿਵਾਰਾਂ ਦੇ ਪ੍ਰਤੀ ਵੀ ਬਣਦਾ ਹੈ ਜਿਨ੍ਹਾਂ ਪਰਿਵਾਰਾਂ ਨੇ ਲੜਾਈ ਲੜੀ ਹੈ। ਵਰਨਾ ਕਾਨੂੰਨ ਨੂੰ ਦੁਤਕਾਰਨ ਵਾਲੇ ਲੋਕ ਜ਼ਿਆਦਾ ਵੱਡੇ ਹੋ ਜਾਣਗੇ ਔਰ ਕਾਨੂੰਨ ਨੂੰ ਮੰਨਣ ਵਾਲੇ ਛੋਟੇ ਪੈ ਜਾਣਗੇ ਔਰ ਉਹਨਾਂ ਨੂੰ ਸਿਸਟਮ 'ਚ ਯਕੀਨ ਨਹੀਂ ਰਹੇਗਾ। ਉਹ ਸਿੱਖ ਸਮਾਜ ਦੀ ਔਰ ਡੇਰਾ ਪ੍ਰੇਮੀਆਂ ਦੀ ਪੰਜਾਬ 'ਚ ਜਿਹੜੀ ਆ ਉਹ ਟਸਲ ਆਪਸ 'ਚ ਚੱਲਦੀ ਰਹੀ। ਸਤਸੰਗ ਕਈ ਜਗ੍ਹਾ 'ਤੇ ਨਹੀਂ ਕਰਨ ਦਿੱਤਾ ਗਿਆ। ਉਸ ਤੋਂ ਬਾਵਜੂਦ ਜਿਹੜਾ ਹੈ ਇਹਨਾਂ ਗੁਰਮੀਤ ਰਾਮ ਰਹੀਮ ਦੇ ਜਿਹੜਾ ਪੰਜਾਬ ਆਉਣ 'ਤੇ ਵੀ ਪਾਬੰਦੀ ਲਾਤੀ ਗਈ ਤੇ ਵੀ ਇੱਥੇ ਆ ਕੇ ਉਹ ਨਹੀਂ ਕਰਨਗੇ। ਸਿੱਖ ਸਮਾਜ ਪ੍ਰੋਟੈਸਟ ਕਰਦਾ ਸੀ ਔਰ ਉਹਦੇ 'ਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋਈ ਸੀ। ਇਹ 2007 ਤੋਂ ਹੀ ਇਹ ਕਲਾ ਕਲੇਸ਼ ਸ਼ੁਰੂ ਹੋ ਗਿਆ ਸੀਗਾ। ਅਗਰ ਉਦੋਂ ਹੀ ਇਸ ਮੈਟਰ ਨੂੰ ਪੋਲੀਟੀਕਲ ਲੋਕਾਂ ਨੇ ਹਵਾ ਨਾ ਦਿੱਤੀ ਹੁੰਦੀ ਤੇ ਪੰਜਾਬ 'ਚ ਚੀਜ਼ਾਂ ਨਾ ਵੱਧਦੀਆਂ। ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਗੁਰਮੀਤ ਰਾਮ ਰਹੀਮ ਪੇਸ਼ੀ ਤੇ ਆ ਰਿਹਾ ਸੀਗਾ, ਕਰਨਾਲ ਦੇ ਨੇੜੇ ਪਟਿਆਲੇ ਦੇ ਬੰਦਿਆਂ ਨੇ ਉਹਨਾਂ ਦੀ ਗੱਡੀ 'ਚ ਬੰਬ ਲਾਤਾ। ਠੀਕ ਹੈ, ਉਹ ਕਰਨਾਲ ਦੇ ਨੇੜੇ ਜਦੋਂ ਬੰਬ ਫਟਿਆ ਉਸ ਤੋਂ ਬਾਅਦ ਸਿਕਿਉਰਿਟੀ ਹੋ ਗਈ, ਫਲਾਣਾ ਹੋ ਗਿਆ, ਇਹ ਹੋ ਗਿਆ, ਕੇਸ ਹਾਈਪ ਕ੍ਰੀਏਟ ਕਰਦਾ ਰਹਿ ਗਿਆ। 2 ਵਾਰੀ ਮੈਂ ਆਪ ਗੁਰਮੀਤ ਰਾਮ ਰਹੀਮ ਨੂੰ ਜਦੋਂ ਡੇਰਾ ਦੇ ਅੰਦਰ ਮੌਜੂਦ ਸੀ, ਉਹਨਾਂ ਨੂੰ ਸਜ਼ਾ ਨਹੀਂ ਹੋਈ ਸੀ, ਮੈਂ ਆਪ 2 ਵਾਰੀ ਇੰਟਰਵਿਊ ਕੀਤਾ। ਮੈਂ ਇਹ ਸਭ ਤਮਾਮ ਚੀਜ਼ਾਂ ਪੁੱਛੀਆਂ। ਉਹਨਾਂ ਨੇ ਹਰ ਜਗ੍ਹਾ ਇਹ ਕਿਹਾ ਕਿ ਇਹ ਕੂੜ ਪ੍ਰਚਾਰ ਹੈ ਉਹਨਾਂ ਦੇ ਖਿਲਾਫ, ਇਹ ਦੁਸ਼ਪ੍ਰਚਾਰ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਲੇਕਿਨ ਮੈਂ ਉਹ ਖੁਸ਼ਕਿਸਮਤ ਜਰਨਲਿਸਟ ਹਾਂ ਜਿਨੇ ਨਾ ਸਿਰਫ ਉਹਨਾਂ ਨੂੰ ਇਹ ਪਰਸਨਲੀ ਪੁੱਛਿਆ, ਨਾ ਇਹ ਪੂਰੇ ਪੰਜਾਬ ਤੋਂ ਲੈ ਕੇ ਪੰਚਕੂਲਾ ਤੱਕ ਜਿਹੜਾ ਵਾਇਲੈਂਸ ਹੋਇਆ ਉਹਨੂੰ ਕਵਰ ਕੀਤਾ, ਬਲਕਿ ਜਦੋਂ ਸਜ਼ਾ ਹੋ ਗਈ ਤਾਂ ਇਹ ਸਾਬਿਤ ਹੋ ਗਿਆ ਨਾ ਪੰਚਕੂਲਾ ਦੀ ਕੋਰਟ 'ਚ ਕਿ ਗੁਰਮੀਤ ਰਾਮ ਰਹੀਮ ਨੇ ਜੋ ਕਿਹਾ ਸੀ ਉਸ ਗੱਲ 'ਚ ਦਮ ਨਹੀਂ ਸੀ, ਵਾਕਈ ਜੁਰਮ ਹੋਇਆ। ਲੇਕਿਨ ਹੁਣ ਦੁਬਾਰਾ ਫਿਰ ਤੁਸੀਂ 2007 ਵਾਲੀ ਉਹੀ ਪੋਲੀਟੀਕਲ ਲੋਕ ਗਲਤੀ ਕਰ ਰਹੇ ਹੈ ਕਿ ਵੋਟ ਬੈਂਕ ਲਈ ਫਿਰ ਤੁਸੀਂ ਇਸ ਬੰਦੇ ਨੂੰ ਪ੍ਰਮੋਟ ਕਰਨ ਲੱਗੇ ਤੇ ਤੁਸੀਂ ਫਿਰ ਦੁਬਾਰਾ ਕੋਈ ਪੰਚਕੂਲੇ ਵਰਗੀ ਘਟਨਾ ਦਾ ਇੰਤਜ਼ਾਰ ਕਰ ਰਹੇ ਹੋ। ਮੈਂ ਕਹਿ ਰਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿਹੜੇ ਬਾਕੀ ਕੈਦੀ ਹੈਗੇ ਉਹਨਾਂ 'ਚ ਵੀ ਗੁਰਮੀਤ ਰਾਮ ਰਹੀਮ ਜਿਹੜਾ ਹੈ ਉਹ ਫਿਰ ਸਟਾਰ ਵਾਂਗ ਰਹਿਣ ਲੱਗ ਜਾਏਗਾ। ਉਹ ਕਹੇਗਾ ਉਹ, ਕਿਉਂਕਿ ਬਾਕੀ ਕੈਦੀਆਂ ਨੂੰ ਵੀ ਇਹ ਲੱਗਦਾ ਹੈ ਕਿ ਜੀ ਦੇਖੋ ਨਾ ਉਹ ਗੁਰਮੀਤ ਰਾਮ ਰਹੀਮ ਦੇ ਅੱਗੇ ਤਾਂ ਸਰਕਾਰ ਚੱਲਦੀ ਹੈ। ਸੋ ਜਦੋਂ ਇੱਕ ਆਦਮੀ ਕ੍ਰਿਮੀਨਲ ਹੈ ਜਿਹਨੂੰ ਸਜ਼ਾ ਹੋ ਗਈ, ਉਹਨੂੰ ਕ੍ਰਾਈਮ ਦਾ, ਸਰਕਾਰ ਦਾ, ਪੁਲਿਸ ਦਾ, ਜੇਲ੍ਹ ਦਾ ਡਰ ਖੌਫ ਹੋਣਾ ਚਾਹੀਦਾ ਉਹਦੇ ਮਨ 'ਚ, ਤਾਂ ਕਿ ਉਹਦੇ ਗਲ 'ਚ ਇਹ ਗਲਤਫਹਿਮੀ ਨਾ ਰਹੇ ਕਿ ਜੁਰਮ ਕਰਕੇ ਵੀ ਮੇਰੇ ਲਈ ਸਿਸਟਮ ਨਹੀਂ ਹੈ। ਉਹਨੂੰ ਇਹ ਡਰ ਲੱਗਣਾ ਚਾਹੀਦਾ ਹੈ ਕਿ ਮੈਂ ਜੁਰਮ ਕੀਤਾ ਸੀ, ਇਸ ਕਰਕੇ ਸਿਸਟਮ ਮੈਨੂੰ ਇਸ ਤਰ੍ਹਾਂ ਸਲੂਕ ਕਰ ਰਿਹਾ ਮੇਰੇ ਨਾਲ। ਅਗਰ ਇਸ ਤਰ੍ਹਾਂ ਪ੍ਰਵਚਨ ਕਰਦੇ ਰਹੋਗੇ ਤੁਸੀਂ, ਸੱਤਾ ਦੇ ਸਿਆਸਨ ਲਈ ਹਮੇਸ਼ਾ ਯੁੱਧ ਹੁੰਦੇ ਰਹਿਣਗੇ, ਸਤਸੰਗ ਵੀ ਚੱਲਦੇ ਰਹਿਣਗੇ ਤੇ ਫਿਰ ਆਮ ਲੋਕਾਂ ਦਾ ਨੁਕਸਾਨ ਵੀ ਹੁੰਦਾ ਹੀ ਰਹੇਗਾ।
ਤੁਸੀਂ ਬੜਾ ਸਟਰੋਂਗਲੀ ਟੇਕ ਅਪ ਕੀਤਾ ਇਸ ਚੀਜ਼ ਨੂੰ ਵੀ ਕਿਸ ਤਰ੍ਹਾਂ ਮੌਕਰੀ ਨਾ ਬਣਾਇਆ ਜਾਏ ਸਿਸਟਮ ਨੂੰ ਪੋਲੀਟੀਕਲ ਕਲਾਸ ਵੱਲੋਂ ਔਰ ਵੋਟ ਬੈਂਕ ਵਾਸਤੇ। ਔਰ ਅਸੀਂ ਉਮੀਦ ਕਰਾਂਗੇ ਕਿ ਜਿਹੜਾ ਲੋਕਾਂ ਨੇ ਲੈਸਨ ਲੈਣਾ ਉਹ ਲੈਸਨ ਲੈਣ ਔਰ ਇਸ ਜਿਹੜਾ ਬਾਰ-ਬਾਰ ਪੈਰੋਲ ਦੇਣ ਦਾ ਕਲਚਰ ਬਣ ਗਿਆ ਇਹਨੂੰ ਰੋਕਿਆ ਜਾਏ। ਸੋ ਕੈਟੇਗੋਰੀਕਲੀ ਜਿਸ ਤਰ੍ਹਾਂ ਬਾਰ-ਬਾਰ ਆਪਾਂ ਦੇਖਿਆ ਇੱਕ ਸਾਲ ਦੇ ਵਿੱਚ 3 ਵਾਰੀ ਪੈਰੋਲ ਮਿਲੀ, ਉਹ ਹੱਕ ਹੈ ਉਹਨਾਂ ਦਾ ਜੋ ਮੇਰੇ ਸਹਿਯੋਗੀ ਨੇ ਦੱਸਿਆ। ਲੇਕਿਨ ਇੰਪੋਰਟੈਂਟ ਇਹ ਹੈ ਕਿ ਉਹਦੀ ਯੂਜ਼ੇਜ ਕਿਸ ਲਈ ਹੋ ਰਹੀ ਹੈ ਔਰ ਪੋਲੀਟੀਕਲ ਕਲਾਸ ਕਿਸ ਤਰ੍ਹਾਂ ਸਰੈਂਡਰ ਕਰ ਜਾਂਦੀ ਇੱਕ ਬੰਦੇ ਦੇ ਸਾਹਮਣੇ ਸਿਰਫ ਵੋਟਾਂ ਦੇ ਖਾਤਰ। ਇਹ ਸਾਰੀਆਂ ਇਸ਼ੂਜ਼ ਤੇ ABP ਸਾਂਝਾ ਲਗਾਤਾਰ ਆਪਣੀ ਆਵਾਜ਼ ਚੁੱਕੇਗਾ। ਦੇਸ਼ ਦੁਨੀਆ ਦੀ ਸਾਰੀ ਖਬਰਾਂ ਲਈ ਦੇਖਦੇ ਰਹੋ ABP ਸਾਂਝਾ।